भगत वचल तेरा बिरद, हर पतित उधारया, रख ले वो दीन दयाल, रख ले वो दीन दयाल, प्रमत बहुहारया, प्रमत बहुहारया, मेल लहो दयाल, कह पे द्वारया, मेल लहो दयाल, कह पे द्वारया। तुझ बिन नाही कोय, तुझ बिन नाही कोय, बिनो मोहे सारया, तुझ बिन नाही कोय, बिनो मोहे सारया, तुझ बिन नाही कोय, बिनो मोहे सारया, नाही कोय तुझ बिन नाही कोय, तुझ बिन नाही कोय, बिनो मोहे सारया, किस ही कोई कोय, मन निमाणी हिक तू, मन निमाणी हिक तू, जे तू मित्र साडड़ा, हिक पोरी ना विछोड़, हिक पोरी ना विछोड़, ना विछोड़, ना विछोड़, जियो महिंजा तो मोहिया, कद पसी जानी तो है, तुझ बिन नाही कोय, बिनो मोहे सारया, कर कहले हो दयाल, सागर संसारया, संसार समुंदे तार गोबिंदे, तार ले बाप बीठुला, तार ले बाप बीठुला, कर गहले हो दयाल, सागर संसारया, रख ले वो दीन दयाल, रख ले वो दीन दयाल, रमत बहुहारया,
ਮਤ ਮਤ ਬੋਹਾਰਿਆ ਮੇਲ ਲਹੋ ਦਇਆ ਤਹਿ ਪਏ ਦੁਆਰਿਆ ਮੇਲ ਲਹੋ ਦਇਆ ਤਹਿ ਪਏ ਦੁਆਰਿਆ ਤਹਿ ਪਏ ਦੁਆਰਿਆ ਤਹਿ ਪਏ ਦੁਆਰਿਆ ਵਾਹਿਗੁਰੂ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਕਰ ਨੌ ਨਿਧ ਆਵੈ ਤਾਏ ਕਰ ਨੌ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਕਰ ਨਾਨਕ ਆਵੈ ਤਾਏ ਕਰ ਨਾਨਕ ਆਵੈ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਵਾਹਿਗੁਰੂ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰਸ਼ਾਹ ਪਾਤਸ਼ਾਹੋ ਨੇਚਲ ਚੌਰ ਛਤ ਬੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ ਸਭ ਕਿਛ ਤੇਰੇ ਵਸ ਤੇਰਾ ਕਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨਵਤਾ ਤੇਜ ਆਪਣੇ ਆਪ ਦਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੇ ਆਗੇ ਬਿਨਵਤਾ ਤੇਰਾ ਜੀ ਤੇਰਾ ਨਾਮ ਸਤ ਹੈ ਸ੍ਰੀ ਵਾਹਿਗੁਰੂ ਪੌੜੀ ਵੱਡੀ ਵਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੇ ਜਾਣ ਲਾ ਸਭ ਕੇ ਤੇਰੇ ਵਸ ਤੇਰਾ ਕਰ ਭਲਾ ਤੇਰੇ ਕਰ ਆਨੰਦ ਵਧਾਈ ਤੁਧ ਘਰ ਮਾਣ ਮੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾ ਤੁਧ ਆਗੇ ਬਿਨਵਤਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਬੰਦਨ ਪਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਗੁਰ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲ ਸਤਿਗੁਰ ਪਰਮ ਇੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਹੇ ਬਨਾਏ ਅਨੇਕ ਬਿਦ ਮੇਰੀ ਨਿਸ਼ਾ ਨ ਹੋਏ। ਪੂਰਨ ਸਤਿਗੁਰ ਆਪ ਹੋ ਉੱਤਰ ਦੀਜੈ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਕਥਾ ਆਪ ਜੀ ਸਰਵਣ ਕਰ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਖਾਂ ਦੀ ਪਰਖ ਕਰ ਰਹੇ ਹਨ। ਇੱਕ ਗਰੀਬ ਸਿੱਖ ਦੇ ਘਰ ਸਾਹਿਬ ਨੇ ਚਰਨ ਪਾਏ ਨੇ, ਜਿਹਦੇ ਘਰ ਪ੍ਰਸ਼ਾਦਾ ਨਹੀਂ ਪੱਕਦਾ। ਕਿਸੇ ਤਰੀਕੇ ਘਰ ਦੀ ਕੋਈ ਵਸਤ ਵੇਚ ਕੇ ਇੱਕ ਟਾਈਮ ਦਾ ਪ੍ਰਸ਼ਾਦਾ ਤਿਆਰ ਕਰਕੇ ਸਾਹਿਬ ਨੂੰ ਛਕਾਇਆ। ਅਗਲੇ ਦਿਨ ਵਾਸਤੇ ਫਿਰ ਰਸਤ ਬਸਤ ਨਹੀਂ ਹੈ।
ਘਰਵਾਲੀ ਦਾ ਕੋਈ ਸਿਰ ਦਾ ਗਹਿਣਾ ਸੀ, ਵੇਚ ਕੇ ਉਹਦਾ ਪ੍ਰਸ਼ਾਦਾ ਪਕਾ ਕੇ ਛਕਾਇਆ। ਇਉਂ ਜਦੋਂ ਭੋਜਨ ਤਿਆਰ ਕਰਕੇ ਸਾਹਿਬ ਨੂੰ ਛਕਾਉਣ ਲੱਗੇ ਤਾਂ ਇਹਨਾਂ ਦਾ ਇੱਕ ਛੋਟਾ ਬਾਲਕ ਉਹ ਕਿਤੇ ਸ਼ਰਾਬ ਕਰਾਲੀ ਨੇ ਚਾਦਰ 'ਚ ਲਪੇਟ ਕੇ ਅੰਦਰ ਕਮਰੇ ਵਿੱਚ ਲਿਟਾ ਦਿੱਤਾ। ਉੱਚੀ ਨਹੀਂ ਬੋਲੀ, ਕਿਤੇ ਸਤਿਗੁਰੂ ਜੀ ਨੂੰ ਪਤਾ ਲੱਗਾ ਤੇ ਭੋਜਨ ਛਕੇ ਬਿਨਾਂ ਨਾ ਟੁਰ ਜਾਣ। ਪ੍ਰਸ਼ਾਦਾ ਤਿਆਰ ਕਰਕੇ ਥਾਲ ਜਦੋਂ ਸਤਿਗੁਰਾਂ ਅੱਗੇ ਪਰੋਸਿਆ, ਗਰੀਬ ਨਵਾਜ ਜੀ ਨੇ ਬਚਨ ਆਖਿਆ ਕਿ ਬੱਚਾ ਕਿੱਥੇ ਹੈ? ਕਹਿਣ ਲੱਗੇ ਜੀ ਉਹ ਥੱਕ ਕੇ ਸੌਂ ਗਿਆ ਹੈ, ਹੁਣ ਨਹੀਂ ਉੱਠਦਾ। ਮਹਾਰਾਜ ਜੀ ਕਹਿੰਦੇ ਆਵਾਜ਼ ਮਾਰੋ, ਉਠਾਓ ਉਸ ਨੂੰ। ਕਹਿਣ ਲੱਗੀ ਜੀ ਸਾਡੀ ਆਵਾਜ਼ ਨਾਲ ਨਹੀਂ ਉੱਠਣਾ। ਪਾਤਸ਼ਾਹ ਕਹਿੰਦੇ ਕੀ ਨਾਂ ਹੈ? ਕਹਿੰਦੇ ਲਾਲਾ। ਬਾਲਕ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ, ਮਹਾਰਾਜ ਜੀ ਦਾ ਪ੍ਰਸੀਤ ਪ੍ਰਸ਼ਾਦ ਛਕਿਆ। ਅਗਲੇ ਦਿਨ ਉਸ ਬੱਚੇ ਨੂੰ ਵੇਚਣ ਲਈ ਚੱਲੇ ਨੇ ਕਿ ਸਤਿਗੁਰਾਂ ਲਈ ਭੋਜਨ ਤਿਆਰ ਕਰਨਾ। ਮਹਾਰਾਜ ਜੀ ਨੂੰ ਪਤਾ ਲੱਗਾ, ਪੁੱਛਿਆ ਉਸ ਬੱਚੇ ਨੂੰ, ਤੈਨੂੰ ਪਤਾ ਕਿੱਥੇ ਲੈ ਚੱਲੇ ਐ? ਵੇਚਣ ਚੱਲੇ ਹਨ, ਜਿੱਥੇ ਤੈਨੂੰ ਤੇਰੇ ਮਾਲਕ ਦੇ ਘਰ ਵਿੱਚ ਜਾ ਕੇ ਉਹਦੇ ਹੁਕਮ ਦੀ ਪਾਲਣਾ ਕਰਨੀ ਪਏਗੀ, ਮੰਨੇਗਾ? ਕਹਿੰਦਾ ਜੀ ਹਾਂ, ਮੈਂ ਆਪਣੇ ਖਾਵੰਦ ਦੇ ਹੁਕਮ ਦੀ ਪਾਲਣਾ ਕਰਾਂਗਾ। ਸਤਿਗੁਰੂ ਜੀ ਨੇ ਗੋਦ 'ਚ ਲੈ ਕੇ ਉਸ ਬੱਚੇ ਨੂੰ ਗਲ ਨਾਲ ਲਾਇਆ ਤੇ ਸ਼ਬਦ ਉਚਾਰਿਆ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ। ਇਹ ਪਾਵਨ ਬਚਨ ਦੀ ਵਿਆਖਿਆ ਆਪਾਂ ਕੱਲ ਦੇ ਪ੍ਰਸੰਗ 'ਚ ਸਰਵਣ ਕੀਤੀ ਹੈ। ਇਸ ਬੱਚੇ ਨੂੰ ਔਰ ਇਹਦੇ ਮਾਂ-ਬਾਪ ਨੂੰ ਕਿਰਤਾਰਥ ਕਰਕੇ ਗੁਰੂ ਨਾਨਕ ਸਾਹਿਬ ਇੱਕ ਨਗਰ ਵਿੱਚ ਆਏ ਨੇ, ਇੱਕ ਸਿੱਖ ਦੇ ਘਰ ਚਰਨ ਪਾਏ ਨੇ, ਜਿਹੜਾ ਸਾਧੂਆਂ ਸੰਤਾਂ ਦੀ ਸੇਵਾ ਟਹਿਲ ਕਰਦਾ ਤੇ ਪੁੱਛਦਾ ਹੈ ਸਾਧੂ ਦੀ ਸੇਵਾ ਦਾ ਮਹੱਤਮ ਕੀ ਹੈ। ਸਤਿਗੁਰੂ ਜੀ ਦੀ ਸੇਵਾ ਕਰਕੇ ਨੇ ਸਤਿਗੁਰਾਂ ਨੂੰ ਵੀ ਇਹੀ ਸਵਾਲ ਕੀਤਾ, ਮਹਾਰਾਜ ਤੁਸੀਂ ਪੂਰਨ ਤੇ ਵਲੀ ਕਾਮਲ ਪੁਰਖ ਹੋ, ਕਿਰਪਾ ਕਰਕੇ ਮੈਨੂੰ ਜਵਾਬ ਦਿਓ, ਕਿਉਂਕਿ ਬੜੇ ਬੜੇ ਸਾਧੂਆਂ ਸੰਤਾਂ ਨੇ ਮੈਨੂੰ ਜਵਾਬ ਦਿੱਤਾ ਪਰ ਮੇਰੇ ਮਨ ਦੀ ਤਸੱਲੀ ਨਹੀਂ ਹੋਈ, ਸੰਤੁਸ਼ਟੀ ਨਹੀਂ ਹੋਈ। ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਨਵੇਂ ਤਾਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹੇ ਬਨਾਏ ਅਨੇਕ ਬਿਦ, ਮੇਰੀ ਨਿਸ਼ਾ ਨਾ ਹੋਏ। ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛਦਾ ਹੈ, ਮਹਾਰਾਜ ਮੈਂ ਬਹੁਤ ਸਾਧੂਆਂ ਕੋਲੋਂ ਸੰਤਾਂ ਕੋਲੋਂ ਪੁੱਛ ਬੈਠਿਆ ਕਿ ਸਾਧੂ ਸੇਵਾ ਦਾ ਮਹੱਤਮ ਕੀ ਹੈ, ਉਹਦਾ ਫਲ ਕੀ ਹੈ, ਸਾਧ ਮਿਲੇ ਦਾ। ਉਹਨਾਂ ਨੇ ਬਹੁਤ ਜਵਾਬ ਬਣਾ ਬਣਾ ਕੇ ਮੈਨੂੰ ਦੱਸੇ ਹਨ, ਪਰ ਮੇਰੇ ਮਨ ਦੀ ਸੰਤੁਸ਼ਟੀ ਨਹੀਂ ਹੋਈ। ਪੂਰਨ ਸਤਿਗੁਰ ਆਪ ਹੋ, ਉੱਤਰ ਦੀਜੈ ਸੋਏ। ਮਹਾਰਾਜ ਜੀ ਤੁਸੀਂ ਪੂਰਨ ਪੁਰਖ ਹੋ, ਆਪ ਜੀ ਕਿਰਪਾ ਕਰਕੇ ਮੇਰੇ ਮਨ ਦੇ ਇਸ ਸ਼ੰਕੇ ਦੀ ਨਿਰਵਿਰਤੀ ਲਈ ਪੂਰਨ ਜਵਾਬ ਦਿਓ, ਤਾਂ ਜੋ ਮੇਰੇ ਮਨ ਨੂੰ ਸੰਤੁਸ਼ਟੀ ਪ੍ਰਾਪਤ ਹੋ ਜਾਵੇ। ਚੋਪਈ ਕਰੁਣਾ ਨਿਧ ਇਉਂ ਬਚਨੀ ਉਚਾਰਾ। ਸੁਣ ਕੇ ਕਰੁਣਾ ਦੇ ਅਥਾਹ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ, ਉਸ ਸਿੱਖ ਨੂੰ ਕਹਿਣ ਲੱਗੇ, ਜਾਵੋ ਬੜੀ ਉਜਾਰ ਮਝਾਰਾ। ਮਹਾਰਾਜ ਜੀ ਕਹਿੰਦੇ ਸਿੱਖਾ ਇਹਦਾ ਜਵਾਬ ਤੈਨੂੰ ਇੱਕ ਜਗ੍ਹਾ ਤੇ ਮਿਲੇਗਾ, ਉਹ ਟਿਕਾਣਾ ਤੈਨੂੰ ਦੱਸ ਦਿੰਨੇ ਆ। ਇੱਥੋਂ ਕੁਝ ਦੂਰੀ ਤੇ ਇੱਕ ਉਜਾੜ ਮਿਲੇਗਾ, ਉੱਥੇ ਇੱਕ ਦਰਖਤ ਹੈ, ਉਸ ਜਗ੍ਹਾ ਤੇ ਤੂੰ ਚਲਾ ਜਾ। ਤਹਾਂ ਤਰੋਵਰ ਏਕ ਸੁਹਾਏ। ਉੱਥੇ ਇੱਕ ਬੜਾ ਸੋਹਣਾ ਦਰਖਤ ਸ਼ੋਭਨੀਕ ਹੈ, ਉਜਾੜ ਦੇ ਵਿੱਚ ਜੰਗਲ ਦੇ ਵਿੱਚ ਉਹ ਦਰਖਤ ਹੈ। ਵਾਹਿਗੁਰੂ ਕਹਿ ਬੈਠੇ ਉਜਾਏ। ਉੱਥੇ ਜਾ ਕੇ ਉਸ ਦਰਖਤ ਦੇ ਕੋਲ ਵਾਹਿਗੁਰੂ ਕਹਿ ਕੇ ਉਸ ਦਰਖਤ ਦੇ ਥੱਲੇ ਬਹਿ ਜਾਈਂ
ਤੈਨੂੰ ਤੇਰੇ ਸਵਾਲ ਦਾ ਜਵਾਬ ਉੱਥੋਂ ਮਿਲ ਜਾਵੇਗਾ। ਤੈਂ ਤੇ ਨਿਸ਼ਾ ਹੋਏ ਹੈ ਤੇਰੀ, ਉੱਥੇ ਤੇਰੇ ਮਨ ਦੀ ਨਿਸ਼ਾ ਹੋ ਜਾਏਗੀ, ਯਾਨੀ ਕਿ ਤੇਰੇ ਮਨ ਨੂੰ ਤਸੱਲੀ ਮਿਲ ਜਾਏਗੀ। ਜਿਹੜੇ ਸਵਾਲ ਦਾ ਜਵਾਬ ਤੂੰ ਲੱਭਦਾ ਤੈਨੂੰ ਪ੍ਰਾਪਤ ਹੋ ਜਾਏਗਾ। ਸੁਣ ਕੇ ਗਇਓ ਉਜਾਰ ਸੋਹੇਰੀ। ਸਤਿਗੁਰੂ ਜੀ ਦਾ ਬਚਨ ਸੁਣ ਕੇ ਉਹ ਸਿੱਖ ਬਾਹਰ ਉਜਾੜ ਦੇ ਵਿੱਚ ਗਿਆ। ਜਿਹੜਾ ਟਿਕਾਣਾ ਸਤਿਗੁਰੂ ਜੀ ਨੇ ਦੱਸਿਆ ਸੀ ਉੱਥੇ ਪਹੁੰਚਿਆ। ਪਾਇਓ ਬਿਰਖ ਬਤਾਇਓ ਜਹਵਾ। ਜਿਵੇਂ ਸਤਿਗੁਰੂ ਜੀ ਨੇ ਦਰਖਤ ਦੱਸਿਆ ਸੀ ਉਸੇ ਤਰ੍ਹਾਂ ਉਸ ਦਰਖਤ ਦੇ ਕੋਲ ਜਾ ਕੇ ਨੇ ਵੇਖਿਆ। ਵਾਹਿਗੁਰੂ ਕਹਿ ਬੈਠਿਓ ਤਹਿਵਾ। ਉਸ ਦਰਖਤ ਦੇ ਥੱਲੇ ਜਾ ਕੇ ਨੇ ਵਾਹਿਗੁਰੂ ਕਿਹਾ ਔਰ ਵਾਹਿਗੁਰੂ ਕਹਿ ਕੇ ਉਸ ਦਰਖਤ ਦੇ ਥੱਲੇ ਬੈਠ ਗਿਆ ਆਸਣ ਲਾ ਕੇ। ਤਰੁ ਪਰ ਦੇਖੇ ਬਾਇਸ ਦੋ। ਬੈਠੇ ਦੀ ਨਿਗਾਹ ਦਰਖਤ ਦੇ ਉੱਤੇ ਪਈ। ਦਰਖਤ ਦੇ ਉੱਤੇ ਨੇ ਕਾਵਾਂ ਦਾ ਜੋੜਾ ਬੈਠਾ ਵੇਖਿਆ। ਕਾਂ ਕਾਵਣੀ ਬੈਠੇ ਆ, ਕਾਵਾਂ ਦਾ ਇੱਕ ਜੋੜਾ ਬੈਠਾ ਹੈ। ਦਰਸ਼ਨ ਕਰ ਇਸ ਭੇ ਬਕਸੋ। ਜਦੋਂ ਇਹਨੇ ਉਹਨਾਂ ਕਾਵਾਂ ਵੱਲ ਵੇਖਿਆ ਤੇ ਕਾਵਾਂ ਨੇ ਇਹਦੇ ਦਰਸ਼ਨ ਕੀਤੇ। ਵੇਖਦਿਆਂ ਸਾਰ ਕਹਿੰਦੇ ਜਿਹੜੇ ਉਹ ਕਾਂ ਸੀ ਉਹ ਬਗਲੇ ਬਣ ਗਏ। ਉਹ ਬਗਲਿਆਂ ਦਾ ਜੋੜਾ ਬਣ ਗਿਆ। ਕਿਤ ਕਬੀਰ ਬੈਠਿਓ ਹਟ ਆਇਓ। ਕੁਝ ਸਮਾਂ ਉੱਥੇ ਬੈਠਾ ਰਿਹਾ, ਹੈਰਾਨ ਵੀ ਹੋਇਆ, ਪਰ ਮਨ ਨੂੰ ਹਾਲੇ ਵੀ ਜਵਾਬ ਨਹੀਂ ਮਿਲਿਆ। ਜਿਹੜਾ ਜਵਾਬ ਚਾਹੁੰਦਾ ਸੀ ਉਹਦੀ ਸਮਝ 'ਚ ਨਹੀਂ ਪਿਆ। ਉੱਥੇ ਕੁਝ ਸਮਾਂ ਬੈਠਾ ਰਿਹਾ। ਸ਼੍ਰੀ ਗੁਰ ਸੋ ਅਸ ਬਹਿਨੇ ਅਲਾਇਓ। ਤੇ ਵਾਪਸ ਸਤਿਗੁਰਾਂ ਦੇ ਕੋਲ ਆ ਗਿਆ ਤੇ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਜੈ ਤੁਮ ਭੇਜਿਓ ਤਹਾਂ ਸਿਧਾਇਓ। ਕਹਿਣ ਲੱਗਾ ਮਹਾਰਾਜ ਜੀ ਜਿੱਥੇ ਤੁਸਾਂ ਭੇਜਿਆ ਸੀ ਮੈਂ ਉਸ ਜਗ੍ਹਾ ਤੇ ਜਾ ਕੇ ਆਇਆ ਹਾਂ। ਕੋਈ ਨਾ ਮਿਲਿਓ ਨਾ ਉੱਤਰ ਪਾਇਓ। ਮਹਾਰਾਜ ਜੀ ਉੱਥੇ ਤਾਂ ਮੈਨੂੰ ਕੋਈ ਬੰਦਾ ਮਿਲਿਆ ਨਹੀਂ ਜਿਹਦੇ ਕੋਲੋਂ ਮੈਨੂੰ ਜਵਾਬ ਮਿਲਦਾ। ਉੱਥੇ ਮੈਨੂੰ ਕੋਈ ਨਹੀਂ ਮਿਲਿਆ ਜਿਹਦੇ ਕੋਲੋਂ ਮੈਨੂੰ ਉੱਤਰ ਮਿਲਦਾ। ਪ੍ਰਭ ਭਾਖਿਓ ਪ੍ਰਭਾਤ ਬਹੋਰੀ। ਸਤਿਗੁਰੂ ਜੀ ਕਹਿਣ ਲੱਗੇ ਸਿੱਖਾ ਏਦਾਂ ਕਰੀ, ਕੱਲ ਫੇਰ ਜਾਈ ਸਵੇਰੇ ਉੱਥੇ। ਕੱਲ ਸਵੇਰੇ ਜਦੋਂ ਦਿਨ ਚੜ੍ਹੇਗਾ ਫੇਰ ਉਸੇ ਜਗ੍ਹਾ ਤੇ ਜਾਵੇਂ। ਉੱਤਰ ਲਿਓ ਜਾਏ ਤਿਸ ਠੌਰੀ। ਉਸ ਜਗ੍ਹਾ ਤੇ ਜਾ ਕੇ ਤੈਨੂੰ ਤੇਰੇ ਸਵਾਲ ਦਾ ਜਵਾਬ ਪ੍ਰਾਪਤ ਹੋਵੇਗਾ। ਆਇਸ ਪਾਏ ਗਇਓ ਤਹਿ ਕਾਲਾ। ਸਤਿਗੁਰਾਂ ਦੀ ਆਗਿਆ ਲੈ ਕੇ ਅਗਲੇ ਦਿਨ ਫੇਰ ਗਿਆ। ਬਕ ਦਰਸ਼ਨ ਕਰ ਪਏ ਮਰਾਲਾ। ਜਾ ਕੇ ਵਾਹਿਗੁਰੂ ਕਹਿ ਕੇ ਉਸ ਦਰਖਤ ਥੱਲੇ ਬੈਠਾ ਹੈ। ਉਹ ਜਿਹੜੇ ਬਗਲੇ ਸਨ ਇਹਨੂੰ ਵੇਖ ਕੇ ਇੱਕਦਮ ਉਹ ਹੰਸਾਂ ਦੇ ਵਿੱਚ ਤਬਦੀਲ ਹੋ ਗਏ। ਉਹ ਬਗਲੇ ਹੰਸਾਂ ਦਾ ਰੂਪ ਧਾਰਨ ਕਰ ਗਏ। ਦੇਖ ਤਾਂ ਹਟ ਕਰ ਪੁੰਨਿਆਵਾ। ਇਹ ਹੈਰਾਨ ਵੀ ਹੋਇਆ ਤੇ ਪਰ ਜਵਾਬ ਫਿਰ ਵੀ ਨਹੀਂ ਇਹਨੂੰ ਸਮਝ ਪਈ। ਉੱਥੋਂ ਫਿਰ ਵਾਪਸ ਮੁੜ ਕੇ ਆ ਗਿਆ। ਬੈਠ ਸਮੀਪ ਬਿਰਤੰਤ ਸੁਨਾਵਾ। ਸਤਿਗੁਰੂ ਜੀ ਦੇ ਕੋਲ ਬੈਠ ਕੇ ਨੇ ਆਪਣਾ ਸਾਰਾ ਬਿਰਤਾਂਤ ਦੱਸਿਆ। ਪੂਰਬ ਦਿਨ ਬਾਇਸ ਬਕ ਹੋਏ। ਕਹਿਣ ਲੱਗਾ ਜੀ ਮੈਂ ਪਹਿਲੇ ਦਿਨ ਜਦੋਂ ਗਿਆ ਸੀ ਉੱਥੇ ਕਾਂ ਜਿਹੜੇ ਸਨ ਉਹ ਮੈਨੂੰ ਵੇਖ ਕੇ ਬਗਲੇ ਹੋ ਗਏ ਸਨ। ਆਜ ਮਰਾਲ ਪਿਖੇ ਮੈਂ ਦੋਏ। ਅੱਜ ਉਹ ਬਗਲੇ ਹੰਸ ਬਣ ਗਏ ਸਨ। ਵੇਖ ਕੇ ਬਸ ਇਹੀ ਮੈਂ ਵੇਖਿਆ, ਪਰ ਮੈਨੂੰ ਮੇਰੇ ਸਵਾਲ ਦਾ ਜਵਾਬ ਤਾਂ ਗੁਰੂ ਜੀ ਨਹੀਂ ਮਿਲਿਆ। ਕਿਨ ਉੱਤਰ ਦੇ ਨਿਸ਼ਾਨਾ ਕੀਨੀ। ਪਰ ਕਿਸੇ ਨੇ ਮੈਨੂੰ ਉੱਤਰ ਦੇ ਕੇ ਉੱਥੇ ਜਵਾਬ ਦੇ ਕੇ ਮੇਰੇ ਮਨ ਦੀ ਨਿਸ਼ਾ ਨਹੀਂ ਕੀਤੀ, ਯਾਨੀ ਕਿ ਮੇਰੇ ਮਨ ਨੂੰ ਹਾਲੇ ਵੀ ਤਸੱਲੀ ਨਹੀਂ ਮਿਲੀ। ਸੰਸੇ ਮੈਂ ਮਮ ਮਤ ਰਹਿ ਪੀਨੀ। ਮਹਾਰਾਜ ਜੀ ਸੰਸੇ ਵਿੱਚ ਮੇਰਾ ਮਨ ਹਾਲੇ ਵੀ ਭਿੱਜਾ ਹੈ। ਮੈਂ ਹਾਲੇ ਵੀ ਜਾਣਨਾ ਚਾਹੁੰਦਾ ਵੀ ਸਾਧ ਮਿਲੇ ਦਾ ਫਲ ਕੀ ਹੈ, ਸਾਧੂ ਨੂੰ ਮਿਲੇ ਦਾ ਕੀ ਮਹੱਤਮ ਹੈ। ਇਹਦਾ ਜਵਾਬ ਮੈਨੂੰ ਹਾਲੇ ਵੀ ਨਹੀਂ ਪ੍ਰਾਪਤ ਹੋਇਆ। ਸੁਨ ਕਰ ਸ੍ਰੀ ਗੁਰ ਗਿਰਾ ਅਲਾਈ। ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਪੁਨ ਇਸ ਬਾਰ ਜਾਓ ਤੈ ਥਾਈ। ਮਹਾਰਾਜ ਜੀ ਕਹਿਣ ਲੱਗੇ ਸਿੱਖਾ ਏਦਾਂ ਕਰ, ਇਸ ਵਾਰ ਫੇਰ ਜਾਈ ਉੱਥੇ। ਇਸ ਵਾਰ ਫੇਰ ਉੱਥੇ ਜਾ ਕੇ ਉੱਤਰ ਪਾਏ ਜਾਏ ਤਵ ਸੰਸਾਰ। ਇਸ ਵਾਰ ਤੈਨੂੰ ਤੇਰੇ ਸੰਸੇ ਦਾ ਜਵਾਬ ਮਿਲ ਹੀ ਜਾਏਗਾ ਅਵਸ਼। ਇਸ ਵਾਰ ਫੇਰ ਜਾਈ ਇੱਕ ਵਾਰ।
ਇਸ ਵਾਰ ਤੈਨੂੰ ਤੇਰੇ ਸਵਾਲ ਦਾ ਜਵਾਬ ਜ਼ਰੂਰ ਮਿਲੇਗਾ। जहां विराजित हैं से हंसा, ਜਿੱਥੇ ਉਹ ਹੰਸਾਂ ਦਾ ਜੋੜਾ ਬੈਠਾ ਹੈ ਉਸੇ ਜਗ੍ਹਾ ਤੇ ਫੇਰ ਜਾਵੀਂ। गमने ओट पर बात बहोरी, ਅਗਲੇ ਦਿਨ ਫੇਰ ਸਵੇਰੇ ਲੋ ਲੱਗੀ, ਇਹ ਫਿਰ ਮਹਾਰਾਜ ਜੀ ਦੇ ਬਚਨ ਮੰਨ ਕੇ ਉਸੇ ਜਗ੍ਹਾ ਵੱਲ ਗਿਆ। हंसन देखियो जब इस ओरी, ਕਹਿੰਦੇ ਜਦੋਂ ਨਾ ਹੰਸਾਂ ਦੇ ਜੋੜੇ ਨੇ ਇਸ ਵੱਲ ਵੇਖਿਆ, सो मानुक तन तूरन होए, ਕਹਿੰਦੇ ਉਹ ਹੰਸ ਜਿਹੜੇ ਸਨ ਉਹ ਮਾਨਵੀ ਸਰੀਰ ਵਿੱਚ ਆ ਗਏ। ਉਹ ਮਨੁੱਖਾਂ ਦਾ ਜੋੜਾ ਨਰ ਇਸਤਰੀ ਦਾ ਜੋੜਾ ਹੋ ਗਿਆ। बैठे तरवर के तर धोए, ਉਹ ਦਰਖਤ ਤੋਂ ਥੱਲੇ ਆਣ ਬੈਠੇ ਇਹਦੇ ਕੋਲ। जाए निकट कह पैरी पाना, ਇਹ ਕੋਲ ਗਿਆ ਤੇ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਪੈਰੀ ਪਵਣਾ, ਕਿਉਂਕਿ ਪੈਰੀ ਪਵਣ ਦੀ ਬਾਤ ਹੁੰਦੀ ਸੀ 10ਵੇਂ ਪਾਤਸ਼ਾਹ ਤੱਕ। ਜਦੋਂ ਗੁਰਸਿੱਖ ਆਪਸ ਵਿੱਚ ਮਿਲਦੇ ਹੀ ਕਹਿੰਦੇ ਸੀ ਪੈਰੀ ਪਵਣਾ। ਅੱਜ ਵੀ ਉਦਾਸੀ ਸੰਪਰਦਾ ਵਿੱਚ ਜਿਹੜਾ ਉਦਾਸੀ ਭੇਖ ਹੈ ਉਹਦੇ ਵਿੱਚ ਅੱਜ ਵੀ ਜਦੋਂ ਮਹਾਤਮਾ ਆਪਸ ਵਿੱਚ ਮਿਲਦੇ ਹਨ ਤਾਂ ਉਹ ਦੂਰੋਂ ਵੇਖ ਕੇ ਕਹਿੰਦੇ ਜੀ ਮੱਥਾ ਟੇਕਦਾ ਹਾਂ। ਉਹਨਾਂ ਵਿੱਚ ਇਸ ਤਰ੍ਹਾਂ ਦੀ, ਕਿਉਂਕਿ ਉਹ ਸੰਤ ਬਿਰਤੀ ਹੈ। ਖਾਲਸੇ ਨੂੰ ਸੰਤ ਤੇ ਸਿਪਾਹੀ ਮਹਾਰਾਜ ਜੀ ਨੇ ਬਣਾਇਆ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਨੂੰ ਫਤਿਹ ਬਖਸ਼ੀ ਹੈ। ਪੈਰੀ ਪਵਣਾ ਛੋਡੋ ਮਤੇ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਫਤਿਹ ਬੁਲਾਉਣ ਦਾ ਹੁਕਮ ਹੋ ਗਿਆ ਮਹਾਰਾਜ ਕਲਗੀਧਰ ਦਾ। ਉਸ ਤੋਂ ਪਹਿਲਾਂ ਪੈਰੀ ਪਵਣ ਦੀ ਮੱਤ ਸੀ। ਇਹਨੇ ਜਾ ਕੇ ਉਹ ਜਿਹੜੇ ਹੰਸਾਂ ਤੋਂ ਮਨੁੱਖ ਬਣੇ ਉਹਨਾਂ ਨੂੰ ਜਾ ਕੇ ਸਿੱਖ ਕਹਿੰਦਾ ਜੀ ਪੈਰੀ ਪਵੰਦਾ ਹਾਂ। बैठियो तैसो बचन बखाना, ਉਹਨਾਂ ਦੇ ਪਾਸ ਜਾ ਕੇ ਇਹ ਸਿੱਖ ਬੈਠ ਗਿਆ ਤੇ ਬੈਠ ਕੇ ਬੋਲਿਆ, साध मिले को फल क्या होई, ਕਹਿਣ ਲੱਗੇ ਜੀ ਮੈਨੂੰ 3 ਦਿਨ ਹੋ ਗਏ ਨੇ ਇੱਥੇ ਤੁਹਾਡੇ ਕੋਲ ਆਉਂਦਿਆਂ। ਮੈਂ ਜਾਣਨਾ ਚਾਹੁੰਦਾ ਵੀ ਸਾਧ ਮਿਲੇ ਦਾ ਫਲ ਕੀ ਹੈ, ਵੀ ਸਾਧੂ ਮਿਲੇ, ਸਾਧੂ ਨੂੰ ਮਿਲਣ ਦਾ ਕੀ ਫਲ ਪ੍ਰਾਪਤ ਹੁੰਦਾ ਹੈ, ਮੈਂ ਇਹ ਜਾਣਨ ਲਈ ਆਇਆ ਹਾਂ। मोहे बताए दीजिए सोई, ਤੁਸੀਂ ਕਿਰਪਾ ਕਰਕੇ ਮੈਨੂੰ ਇਹਦਾ ਜਵਾਬ ਦਿਓ, ਮੈਂ ਜਾਣਨਾ ਚਾਹੁੰਦਾ ਹਾਂ। सुनत श्रोन तिन बचन उचारे, ਸੁਣ ਕੇ ਅੱਗੋਂ ਜਿਹੜੇ ਉਹ ਮਨੁੱਖ ਹੋਏ ਸਨ ਹੰਸਾਂ ਤੋਂ ਉਹ ਬੋਲੇ ਇਸ ਸਿੱਖ ਨੂੰ, ਕਹਿਣ ਲੱਗੇ अब लो मन ने निशा तुम्हारे, ਕਹਿੰਦੇ ਅੱਜ ਤੀਜਾ ਦਿਨ ਹੋ ਗਿਆ ਤੈਨੂੰ ਇੱਥੇ ਆਉਂਦਿਆਂ ਤੇ ਹਾਲੇ ਤੱਕ ਤੇਰੇ ਮਨ ਦੀ ਤਸੱਲੀ ਨਹੀਂ ਹੋਈ, ਕਿ ਤੈਨੂੰ ਹਾਲੇ ਤੱਕ ਵੀ ਤੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ। पूरब बायस देह हमारा, ਤੂੰ ਵੇਖਿਆ ਜਦੋਂ ਤੂੰ ਪਹਿਲੇ ਦਿਨ ਆਇਆ ਹੈ, ਉਸ ਦਿਨ ਸਾਡੀ ਦੇਹ ਕਾਵਾਂ ਦੀ ਦੇਹ ਸੀ। पग होए तब दर्श न्यारा, ਜਦੋਂ ਅਸੀਂ ਤੇਰੇ ਦਰਸ਼ਨ ਕੀਤੇ, ਤੇਰੇ ਦਰਸ਼ਨ ਕਰਕੇ ਅਸੀਂ ਕਾਵਾਂ ਤੋਂ ਬਗਲੇ ਹੋ ਗਏ। तुम करुणा पुन पए मराला, ਫਿਰ ਤੇਰੇ ਦਰਸ਼ਨ ਕੀਤੇ ਤੇ ਬਗਲਿਆਂ ਤੋਂ ਅਸੀਂ ਹੰਸ ਬਣ ਗਏ। दए दरस तुम करे निहाला, ਤੇ ਅੱਜ ਤੂੰ ਦਰਸ਼ਨ ਦਿੱਤੇ ਨੇ ਤੇ ਸਾਨੂੰ ਨਿਹਾਲ ਕਰ ਦਿੱਤਾ, ਅਸੀਂ ਇਸ ਮਾਨਵੀ ਸਰੀਰ ਵਿੱਚ ਆ ਗਏ ਹਾਂ। पुन आयो होए नर नारी, ਅਸੀਂ ਨਰ ਨਾਰੀ ਦੇ ਰੂਪ ਵਿੱਚ ਆ ਗਏ ਹਾਂ ਤੇਰੇ ਦਰਸ਼ਨ ਕਰਕੇ। साध मिले फल लियो बिचारी, ਇਹ ਸਭ ਸਾਧੂ ਨੂੰ ਮਿਲਣ ਦਾ ਫਲ ਹੈ। ਸਾਧ ਮਿਲੇ ਦਾ ਇਹੀ ਮਹਾਤਮ ਹੈ, ਇਹ ਤੈਨੂੰ ਦੱਸਿਆ ਹੈ। तन तन है सतगुर तेरे, होए पतित पावन जिन हेरे, ਕਹਿਣ ਲੱਗੇ ਦੋਵੇਂ, ਕਹਿੰਦੇ ਸਿੱਖਾ ਤੇਰੇ ਸਤਿਗੁਰੂ ਜੀ ਧੰਨ ਹਨ, ਧੰਨ ਹਨ ਜਿਨ੍ਹਾਂ ਨੇ ਸਾਧ ਰੂਪ ਹੋ ਕੇ ਸੰਸਾਰ 'ਚ ਆਪਣਾ ਤਨ ਧਾਰਿਆ ਹੈਣ ਨਿਰੰਕਾਰੀ, ਸਾਧ ਰੂਪ ਹੋ ਕੇ ਸੰਸਾਰ ਵਿੱਚ ਆਏ ਨੇ। ਤੇਰੇ ਸਤਿਗੁਰੂ ਜੀ ਧੰਨ ਨੇ, ਧੰਨ ਨੇ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਕਲੁਖ ਸਾਰੇ ਪਾਪ ਕੱਟੇ ਜਾਂਦੇ ਹਨ। तिनको दर्शन हमें करावो, ਤੂੰ ਉਹਨਾਂ ਦੇ ਦਰਸ਼ਨ ਕਰਕੇ ਆਇਆ ਤੇ ਆ ਕੇ ਉਹਨਾਂ ਨੇਤਰਾਂ ਨਾਲ ਸਾਡੇ ਵੱਲ ਵੇਖਿਆ ਤੇ ਸਾਨੂੰ ਆਹ ਅਵਸਥਾ ਪ੍ਰਾਪਤ ਹੋ ਗਈ ਹੈ।
ਹੁਣ ਤੂੰ ਆਪ ਅੰਦਾਜ਼ਾ ਲਾ ਲੈ ਕਿ ਜਿਹੜਾ ਸਿੱਧਾ ਸਾਧੂ ਦੇ ਦਰਸ਼ਨ ਕਰਦਾ ਉਹਨੂੰ ਕਿੱਡਾ ਵੱਡਾ ਫਲ ਪ੍ਰਾਪਤ ਹੁੰਦਾ, ਕਿੱਡਾ ਵੱਡਾ ਮਹਾਤਮ ਮਿਲਦਾ। ਤੇ ਜਿਨ੍ਹਾਂ ਦੇ ਦਰਸ਼ਨ ਤੈਂ ਕਰਕੇ ਕਿਰਤਾਰਥ ਹੋਇਆ, ਗੁਰੂ ਕਿਹਾ ਸਿੱਖਾ ਚੱਲ ਸਾਨੂੰ ਵੀ ਲੈ ਚੱਲ ਉਹਨਾਂ ਦੇ ਪਾਸ, ਸਾਨੂੰ ਵੀ ਉਹਨਾਂ ਦੇ ਦਰਸ਼ਨ ਕਰਾ, ਅਸੀਂ ਕਿਰਤਾਰਥ ਹੋ ਜਾਈਏ। ਮਹਾ ਮੋਹ ਕੋ ਭਰਮ ਮਿਟਾਵੋ, ਉਹਨਾਂ ਦੇ ਦਰਸ਼ਨ ਕਰਕੇ ਤੂੰ ਵੀ ਆਪਣੇ ਹਿਰਦੇ ਦੇ ਮਾਹ ਮੋਹ ਦੇ ਭਰਮ ਨੂੰ ਮਿਟਾ ਕੇ ਦੂਰ ਕਰ ਲੈ। ਦੋਹਰਾ ਹਰਖਤ ਵੈ ਤਿਨ ਸੰਗ ਲੇ, ਚੱਲ ਆਏ ਗੁਰ ਪਾਸ। ਸਿੱਖ ਨੂੰ ਬੜੀ ਖੁਸ਼ੀ ਹੋਈ ਵੀ ਜਿਹੜਾ ਜਵਾਬ ਮੈਂ ਕਈਆਂ ਕੋਲੋਂ ਪੁੱਛਿਆ ਨਹੀਂ ਮਿਲਿਆ, ਅੱਜ ਤਸੱਲੀ ਹੋ ਗਈ। ਉਹਨਾਂ ਦੋਨਾਂ ਨੂੰ ਨਾਲ ਲੈ ਕੇ ਬੜਾ ਖੁਸ਼ ਹੋ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੂੰ ਹਟ ਕੇ ਮੁੜਿਆ। ਹੋਏ ਅਧੀਨ ਬੰਧਨ ਕਰੈ, ਕਟੀ ਮੋਹ ਕੀ ਫਾਸ। ਸਤਿਗੁਰੂ ਜੀ ਦੇ ਅਧੀਨ ਹੋ ਕੇ ਤਿੰਨਾਂ ਨੇ ਗੁਰਦੇਵ ਨੂੰ ਬੰਦਨਾ ਕੀਤੀ ਤੇ ਮੋਹ ਦੀ ਫਾਈ ਇਹਨਾਂ ਦੀ ਕੱਟੀ ਗਈ। ਜੋ ਪਈ ਸ਼੍ਰੀ ਗੁਰ ਪੰਨਿਓ ਨਿਸ਼ਾ ਤਵ ਹੋਈ। ਮਹਾਰਾਜ ਜੀ ਉਸ ਸਿੱਖ ਨੂੰ ਪੁੱਛਦੇ, ਹਾਂ ਸਿੱਖਾ ਹੁਣ ਦੱਸ ਮਨ ਦੀ ਨਿਸ਼ਾ ਹੋ ਗਈ ਹੈ, ਹੁਣ ਦੱਸ ਮਨ ਦੀ ਤਸੱਲੀ ਹੋ ਗਈ ਕਿ ਨਹੀਂ ਹੋਈ। ਕੀਨ ਬਿਨੇ ਬੰਦੇ ਕਰ ਦੋਈ। ਜਦੋਂ ਮਹਾਰਾਜ ਜੀ ਨੇ ਪੁੱਛਿਆ, ਇਹਨੇ ਦੋਵੇਂ ਹੱਥ ਜੋੜ ਕੇ ਹੱਥ ਬੰਨ੍ਹ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਤੇ ਕਹਿਣ ਲੱਗਾ, ਕਰਤਾ ਪੁਰਖ ਮਿਲੇ ਜਾਬੇ ਆਏ। ਕਹਿਣ ਲੱਗਾ ਜੇ ਦੀਨ ਦੁਨੀਆ ਦੇ ਮਾਲਕ ਆਪ ਕਰਤਾ ਪੁਰਖ ਜੀ ਆ ਕੇ ਮਿਲਣ, ਕਿਉਂ ਨਾ ਨਿਸ਼ਾ ਹੋਵੇ ਮਨ ਪਾਏ। ਫਿਰ ਮੇਰੇ ਮਨ ਨੂੰ ਕਿਉਂ ਨਾ ਤਸੱਲੀ ਮਿਲਦੀ, ਕਿਉਂ ਨਾ ਮੇਰੇ ਮਨ ਦੀ ਨਿਸ਼ਾ ਹੁੰਦੀ ਜੇ ਖੁਦ ਕਰਤਾ ਪੁਰਖ ਆਪ ਹੀ ਆ ਗਏ ਮਨ ਨੂੰ ਨਿਸ਼ਾ ਦੇਣ ਵਾਸਤੇ, ਤੇ ਭਲਾ ਕਿਉਂ ਨਾ ਮੇਰੇ ਮਨ ਨੂੰ ਤਸੱਲੀ ਹੁੰਦੀ। ਸੁਨ ਕੇ ਪ੍ਰਭ ਕਿਰਪਾਲ ਤੈਂ ਕਾਲਾ। ਪਰਮ ਕਿਰਪਾਲੂ ਸਤਿਗੁਰੂ ਜੀ ਨੇ ਸਿੱਖ ਦੀ ਜਦੋਂ ਇਹ ਬਿਨੈ ਸੁਣੀ ਤੇ ਉਸ ਵਕਤ ਬੋਲੇ ਬਚਨ ਪ੍ਰਸੀਦ ਬਿਸਾਲਾ। ਕਿਰਪਾ ਦੇ ਘਰ ਵਿੱਚ ਪ੍ਰਸੀਦ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਜਨਮ ਮਰਨ ਕੇ ਬੰਧਨ ਤੇਰੇ। ਮਹਾਰਾਜ ਜੀ ਕਹਿੰਦੇ ਸਿੱਖਾ ਤੇਰੇ ਜਨਮ ਮਰਨ ਦੇ ਬੰਧਨ ਕੱਟੇ ਗਏ ਹਨ। ਜਨਮ ਮਰਨ ਕੇ ਬੰਧਨ ਤੇਰੇ, ਜਿਹੜੇ ਜਨਮ ਤੇ ਮਰਨ ਦਾ, ਕਿਉਂਕਿ ਸਭ ਤੋਂ ਵੱਡਾ ਬੰਧਨ ਹੀ ਜਨਮ ਮਰਨ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਜਨਮ ਮਰਨ ਦੇ ਤੇਰੇ ਬੰਧਨ ਹਨ। ਸੰਤ ਸੇਵ ਨਾਸ਼ੇ ਇੱਕ ਬੇਰੇ। ਉਹ ਪੁੱਛਦਾ ਨਾ ਕੀ ਫਲ ਹੈ ਸੰਤ ਸੇਵਾ ਦਾ। ਮਹਾਰਾਜ ਜੀ ਕਹਿੰਦੇ ਸਾਧੂਆਂ ਤੇ ਸੰਤਾਂ ਦੀ ਸੇਵਾ ਕਰਕੇ ਤੇਰੇ ਜਨਮ ਤੇ ਮਰਨ ਦੇ ਬੰਧਨ ਕੱਟੇ ਗਏ ਨੇ ਸਿੱਖਾ। ਤੂੰ ਜਨਮ ਮਰਨ ਦੇ ਬੰਧਨਾਂ ਤੋਂ ਇੱਕੋ ਵੇਰੀ ਮੁਕਤ ਹੋ ਗਿਆ। ਪਰਾ ਲਬਦ ਸੋ ਭੋਗਨ ਭੋਗ। ਇਹ ਪਰਾ ਲਬਦ ਹੈ ਜਿਹੜੀ ਇਹ ਸਰੀਰ ਦੀ ਰਹਿ ਗਈ ਹੈ, ਇਹਦੇ ਭੋਗ ਹੁਣ ਭੋਗਣੇ ਬਾਕੀ ਹਨ। ਬੋਰੋ ਪ੍ਰਾਪਤ ਹੋਏ ਹਰ ਲੋਗ। ਇਸ ਦੇਹ ਦੇ ਪਰਾ ਲਬਦ ਭੋਗ ਭੋਗਣ ਤੋਂ ਬਾਅਦ ਤੈਨੂੰ ਹਰੀ ਲੋਕ ਦੀ, ਹਰੀ ਘਰ ਦੀ ਪ੍ਰਾਪਤੀ ਹੋਵੇਗੀ। ਭਾਵ ਤੂੰ ਨਿਰੰਕਾਰ ਦੇ ਘਰ ਵਿੱਚ ਸਰੂਪ ਵਿੱਚ ਜਾ ਕੇ ਅਭੇਦ ਹੋਵੇਂਗਾ। ਅਸਬਰ ਦੇ ਕਰ ਕੀਨ ਪਿਆਨਾ। ਕਿਉਂ ਇਸ ਸਿੱਖ ਨੂੰ ਵਰ ਦੇ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਚੱਲ ਪਏ। ਕਲੁਖ ਮਿਟੇ ਜੈ ਕਰਤ ਧਿਆਨਾ। ਜਿਨ੍ਹਾਂ ਦੇ ਧਿਆਨ ਨੂੰ ਧਾਰਨ ਕੀਤਿਆਂ ਪਾਪ ਮਿਟ ਜਾਂਦੇ। ਜੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰੀਏ ਤੇ ਸਾਰੇ ਹੀ ਪਾਪ ਮਿਟ ਜਾਂਦੇ ਹਨ। ਸ਼੍ਰੀ ਕਰਤਾਰ ਪੁਰੇ ਪੁਨ ਆਏ। ਕਿਉਂ ਸਿੱਖਾਂ ਦਾ ਪਾਰ ਉਤਾਰਾ ਕਰਕੇ ਸਤਿਗੁਰੂ ਜੀ ਵਾਪਸ ਆਪਣੇ ਵਸਾਏ ਹੋਏ ਪਾਵਨ ਨਗਰ ਸ੍ਰੀ ਕਰਤਾਰਪੁਰ ਸਾਹਿਬ ਆਏ ਹਨ। ਮਿਲ ਕੇ ਸਭ ਸੇਵਕ ਹਰ ਖਾਏ। ਜਿੰਨੇ ਗੁਰੂ ਪਾਤਸ਼ਾਹ ਦੇ ਸੇਵਕ ਨੇ ਸਭ ਮਿਲ ਕੇ ਪ੍ਰਸੰਨ ਹੋਏ। ਰਹੇ ਤਾਂ ਪੁਨ ਗਮਨੇ ਨਾਈ। ਸਤਿਗੁਰੂ ਜੀ ਹੁਣ ਕਰਤਾਰਪੁਰ ਸਾਹਿਬ ਹੀ ਨਿਵਾਸ ਰੱਖਿਆ, ਕਿਤੇ ਨਹੀਂ ਗਏ, ਹੁਣ ਇੱਥੇ ਹੀ ਟਿਕਾਣਾ ਕੀਤਾ। ਕਰੇ ਦਰਸ ਨਰ ਕਲੁਖ ਨਸਾਈ। ਜਿਹੜਾ ਕੋਈ ਮਾਈ ਭਾਈ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ, ਉਹਦੇ ਕਾਲੁਖ, ਉਹਦੇ ਪਾਪ ਕੱਟੇ ਜਾਂਦੇ ਹਨ। ਦੋਹਰਾ ਨਮੈ ਨਮੈ ਪੁਨ ਪੁਨ ਨਮੈ। ਸਤਿਗੁਰ ਬਚਨ ਅਨੂਪ। ਮਹਾਕਵੀ ਜੀ ਅਗਲਾ ਅਧਿਆਏ ਪ੍ਰਾਰੰਭ ਕਰ ਰਹੇ ਨੇ, 45ਵਾਂ ਅਧਿਆਏ ਹੈ।
ਅਧਿਆਇ ਆਰੰਭਣ ਤੋਂ ਪਹਿਲਾਂ ਮੰਗਲਾਚਰਨ ਕਰਦੇ ਹਨ। ਕਹਿੰਦੇ ਨਮਹਿ ਨਮਹਿ ਪੁੰਨ ਪੁੰਨ ਨਮਹਿ। ਨਮਸਕਾਰ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਇੱਕ ਵਾਰ ਨਹੀਂ ਬਾਰ-ਬਾਰ ਨਮਸਕਾਰ ਕਰਦਾ ਹਾਂ। ਕਿਸ ਨੂੰ ਕਰਦਾ ਹਾਂ ਨਮਸਕਾਰ? ਸਤਿਗੁਰ ਬਚਨ ਅਨੂਪ। ਨਮਸਕਾਰ ਕਰਦਾ ਹਾਂ, ਬਾਰ-ਬਾਰ ਨਮਸਕਾਰ ਕਰਦਾ ਹਾਂ। ਕਿਸ ਨੂੰ ਕਰਦਾ ਹਾਂ ਨਮਸਕਾਰ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ, ਗੁਰੂ ਕੀ ਬਾਣੀ ਨੂੰ ਬਾਰੰਬਾਰ ਨਮਸਕਾਰ ਕਰਦਾ। ਸਤਿਗੁਰਾਂ ਦੀ ਬਾਣੀ ਨੂੰ ਮੇਰੀ ਬਾਰੰਬਾਰ ਨਮਹਿ ਹੈ, ਨਮਹਿ ਹੈ, ਬਾਰ-ਬਾਰ ਨਮਸਕਾਰ ਹੈ। ਜਿਨ ਕੇ ਸੁਨਤੇ ਹੋ ਤਜ ਕਸ਼ਟ, ਜਾਣੇ ਸਹਿਜ ਸਰੂਪ। ਜਿਨ੍ਹਾਂ ਪਾਵਨ ਅੰਮ੍ਰਿਤ ਬਚਨਾਂ ਨੂੰ ਸੁਣ ਕੇ ਸਾਰੇ ਕਸ਼ਟ ਤਜ ਕੇ ਚਲੇ ਜਾਂਦੇ ਨੇ ਔਰ ਆਪਣੇ ਸਹਿਜ ਸਰੂਪ ਦੀ, ਆਤਮ ਸਰੂਪ ਦੀ ਸੋਝੀ ਹੋ ਜਾਂਦੀ। ਗੁਰੂ ਕੀ ਐਸੀ ਪਾਵਨ ਬਾਣੀ ਨੂੰ ਮੇਰੀ ਨਮਸਕਾਰ ਹੈ। ਜਿਸ ਬਾਣੀ ਨੂੰ ਸੁਣਦਿਆਂ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ ਔਰ ਸਹਿਜ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਪਈ ਸ਼੍ਰੀ ਅੰਗਦ ਸੁਨ ਕਥਾ ਅਗਾਰੀ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਇਹ ਪਾਵਨ ਕਥਾ ਆਪ ਜੀ ਸੁਣੋ। ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਹਨ। ਜੋ ਸਭ ਸ਼ਰੋਤਨ ਕੋ ਸੁਖਕਾਰੀ। ਇਹ ਐਸੀ ਕਥਾ ਹੈ ਜਿਹੜੀ ਸੰਸਾਰ ਦੇ ਸਮਸਤ ਸਰੋਤਿਆਂ ਨੂੰ, ਜਿਹੜਾ ਵੀ ਕੋਈ ਮਾਈ ਭਾਈ ਸੁਣੇ, ਕੋਈ ਹਿੰਦੂ ਸੁਣੇ, ਸਿੱਖ ਸੁਣੇ, ਮੁਸਲਮਾਨ ਸੁਣੇ, ਈਸਾਈ ਸੁਣੇ, ਯਹੂਦੀ ਸੁਣੇ, ਪਾਰਸੀ ਸੁਣੇ, ਜੋਗੀ ਸੁਣੇ, ਜੰਗਮ ਸੁਣੇ, ਸੰਨਿਆਸੀ ਸੁਣੇ, ਵੈਰਾਗੀ ਸੁਣੇ, ਜਿਹੜਾ ਵੀ ਗੁਰੂ ਨਾਨਕ ਸਾਹਿਬ ਦੀ ਇਸ ਪਾਵਨ ਕਥਾ ਨੂੰ ਸੁਣੇਗਾ ਉਹਨੂੰ ਸੁਖ ਪ੍ਰਾਪਤ ਹੋਵੇਗਾ। ਪੁਰ ਕਰਤਾਰ ਵਿਖੇ ਤਾਬੇ ਆਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਚੱਲ ਕੇ ਆਏ। ਬਹੁਰ ਨ ਕਿਤ ਦਿਸ਼ ਵਹਿਰ ਸਿਧਾਏ। ਇਹ ਮਹਾਰਾਜ ਜੀ ਦਾ ਅਖੀਰੀ ਫੇਰਾ ਸੀ। ਇਸ ਤੋਂ ਬਾਅਦ ਮਹਾਰਾਜ ਜੀ ਕਰਤਾਰਪੁਰ ਸਾਹਿਬ ਤੋਂ ਕਿਤੇ ਹੋਰ ਨਹੀਂ ਗਏ। ਤੋ ਕਰਤਾਰਪੁਰ ਸਾਹਿਬ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਰਹੇ। ਸਵਾ ਜਾਮ ਨਿਸ ਰਹੇ ਸਦਾਈ। ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨੇਮ ਨਿਤ ਦਾ ਸੀ। ਗੁਰੂ ਖਾਲਸਾ ਜੀ ਬਚਪਨ ਤੋਂ ਹੀ, ਬਾਲਪਨੇ ਤੋਂ ਹੀ ਮਹਾਰਾਜ ਜੀ ਨੇ ਜਿਸ ਦਿਨ ਤੋਂ ਸੁਧ ਸੰਭਾਲੀ ਹੈ ਉਸ ਦਿਨ ਤੋਂ ਹੀ ਗੁਰੂ ਨਾਨਕ ਸਾਹਿਬ ਦਾ ਇਹ ਨੇਮ ਰਿਹਾ ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਜਾਗਣੇ ਦਾ। ਤੋ ਜਦੋਂ ਸਵਾ ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ, ਜਾਗੇ ਬੌਰ ਵਹਿਰ ਕੋ ਜਾਈ। ਸੁਬਾਹ 2:30 ਵਜੇ ਸਤਿਗੁਰੂ ਜੀ ਉੱਠਦੇ, ਉੱਠ ਕੇ ਕਰਤਾਰਪੁਰ ਸਾਹਿਬ ਆਪਣੇ ਮਹਿਲਾਂ ਚੋਂ ਚੱਲ ਕੇ ਬਾਹਰ ਨੂੰ ਆਉਂਦੇ। ਐਰਾਵਤੀ ਵਿਖੇ ਇਸ਼ਨਾਨਾ। ਕਰਤਾਰਪੁਰ ਸਾਹਿਬ ਦੇ ਨੇੜਿਓਂ ਰਾਵੀ ਵਗਦਾ ਹੈ। ਸਤਿਗੁਰੂ ਜੀ ਰਾਵੀ ਦਰਿਆ ਦੇ ਕੰਢੇ ਦੇ ਨਿਰਮਲ ਜਲ ਦੇ ਵਿੱਚ ਆ ਕੇ ਇਸ਼ਨਾਨ ਕਰਦੇ ਹਨ। ਕਰ ਬੈਠੇ ਤਟ ਲਾਏ ਧਿਆਨ। ਔਰ ਇਸ਼ਨਾਨ ਕਰਕੇ ਰਾਵੀ ਦੇ ਕੰਢੇ ਤੇ ਅੰਮ੍ਰਿਤ ਵੇਲੇ ਮਹਾਰਾਜ ਜੀ ਚੌਂਕੜਾ ਲਾ ਕੇ ਬੈਠਦੇ ਐ ਔਰ ਆਪਣੇ ਨਿਜ ਧਿਆਨ ਪਰਾਇਣ ਹੁੰਦੇ ਹਨ। ਚਤਰ ਕਟੀ ਨਿਸਤੇ ਪੁਨਿਆਈ। 4 ਘੜੀਆਂ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਬੈਠੇ ਧਰਮਸਾਲ ਸੁਖਦਾਈ। ਜਦੋਂ 4 ਘੜੀਆਂ ਅੰਮ੍ਰਿਤ ਵੇਲਾ ਰਹਿ ਜਾਂਦਾ ਹੈ ਫਿਰ ਪਾਤਸ਼ਾਹ ਜੀ ਧਰਮਸ਼ਾਲਾ 'ਚ ਆ ਜਾਂਦੇ ਆ। ਮਹਾਰਾਜ ਜੀ ਦਰਬਾਰ ਵਿੱਚ ਆ ਕੇ ਦਰਸ਼ਨ ਦਿੰਦੇ ਹਨ। ਹੋਤ ਕੀਰਤਨ ਸ਼੍ਰੀ ਸਤਨਾਮੋ। ਤੇ ਸਤਿਗੁਰਾਂ ਦੇ ਦਰਬਾਰ ਵਿੱਚ ਕੀਰਤਨ ਹੁੰਦਾ, ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ। ਸੁਨਤ ਪ੍ਰੇਮ ਉਪਜੇ ਅਬਿਰਾਮੋ। ਜਿਹੜਾ ਵੀ ਮਾਈ ਭਾਈ ਆ ਕੇ ਗੁਰੂ ਦਰਬਾਰ 'ਚ ਕੀਰਤਨ ਸੁਣਦਾ ਹੈ ਉਹਦੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਪ੍ਰੇਮ, ਪ੍ਰਮਾਤਮਾ ਪ੍ਰਤੀ ਪ੍ਰੇਮਾ ਭਗਤੀ ਜਾਗਦੀ ਹੈ। ਸੈਦੋ ਕਿਉ ਇੱਕ ਸੰਗਤ ਮਾਈ। ਗੁਰੂ ਕੀ ਸੰਗਤ ਵਿੱਚ ਬੇਅੰਤ ਸਿੱਖ ਆਉਂਦੇ ਨੇ। ਉਹਨਾਂ ਸਿੱਖਾਂ ਵਿੱਚੋਂ ਇੱਕ ਸਿੱਖ ਹੈ ਜਿਹਦਾ ਨਾਮ ਹੈ ਭਾਈ ਸੈਦੇ ਕੀਓ। ਇਹਦਾ ਨਾਮ ਹੈ ਦਿੜ ਸ਼ਰਦਾ ਜੇ ਕੇ ਉਰਮਾਈ। ਇਹਦੇ ਮਨ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਦ੍ਰਿੜ ਸ਼ਰਧਾ। ਭਾਈ ਸੈਦੇ ਕੀਓ ਰੋਜ਼ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਦਰਬਾਰ ਵਿੱਚ ਆਉਂਦੇ ਨੇ।
ਆ ਕੇ ਕੀਰਤਨ ਸੁਣਦੇ ਨੇ। ਬੜੀ ਪਰਪੱਕ ਤੇ ਦ੍ਰਿੜ ਸ਼ਰਧਾ ਸਤਿਗੁਰਾਂ ਤੇ। ਪਿਕ ਬਿਰਤੰਤ ਗੁਰ ਕੋ ਸੋ ਭਰਮਾ। ਇਹ ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਬਿਰਤਾਂਤ ਵੇਖਦਾ, ਰੋਜ਼ ਮਹਾਰਾਜ ਜੀ ਨੂੰ ਵੇਖਦਾ ਵੀ ਸਤਿਗੁਰੂ ਜੀ ਰਾਵੀ ਦਰਿਆ ਵੱਲ ਜਾਂਦੇ ਐ ਤੇ ਉੱਥੇ ਇਸ਼ਨਾਨ ਕਰਦੇ। ਰੋਜ਼ ਰਾਵੀ ਕੰਢੇ ਜਾਂਦੇ ਆ ਸਤਿਗੁਰਾਂ ਨੂੰ ਵੇਖਦਾ, ਵੇਖ ਕੇ ਮਨ 'ਚ ਇਹਦੇ ਭਰਮ ਆਇਆ। ਲਖ ਨੈ ਸਕਿਓ ਗੂੜ ਜੋ ਮਰਮਾ। ਸਤਿਗੁਰਾਂ ਦਾ ਜਿਹੜਾ ਗੂੜ ਮਰਮ ਹੈ ਉਹਨੂੰ ਭਾਈ ਸੈਦੇ ਘੀਓ ਜੀ ਨਹੀਂ ਜਾਣ ਸਕੇ। ਮਨ 'ਚ ਜਿਵੇਂ ਸੁਭਾਵਕ ਹੀ ਭਰਮ ਆ ਗਿਆ। ਇਸ ਬਿਦ ਜਾਨੀ ਤਿਨ ਮਨ ਮਾਈ। ਭਾਈ ਸੈਦੇ ਘੀਓ ਦੇ ਮਨ 'ਚ ਇਉਂ ਫੁਰਨਾ ਆ ਗਿਆ, ਉਹਨੇ ਆਪਣੇ ਮਨ 'ਚ ਇਉਂ ਜਾਣਿਆ ਨਿਸਮੈ ਸ਼੍ਰੀ ਗੁਰ ਸਰਤਾ ਜਾਈ। ਕਿ ਸਤਿਗੁਰੂ ਜੀ ਰਾਤ ਨੂੰ ਦਰਿਆ ਦੇ ਕੰਢੇ ਜਾਂਦੇ ਨੇ। ਰਾਤ ਨੂੰ ਅੰਮ੍ਰਿਤ ਵੇਲੇ ਰੋਜ਼ ਸਤਿਗੁਰੂ ਜੀ ਦਰਿਆ ਤੇ ਜਾਂਦੇ ਹਨ। ਤਹਾਂ ਬੈਠ ਜਲ ਪਤ ਕੋ ਸੇਵੇਂ। ਲੱਗਦਾ ਹੈ ਉੱਥੇ ਜਾ ਕੇ ਸਤਿਗੁਰੂ ਜੀ ਜਿਹੜਾ ਜਲ ਦਾ ਦੇਵਤਾ, ਜਿਹਨੂੰ ਲੋਕ ਖਵਾਜਾ ਵੀ ਕਹਿ ਦਿੰਦੇ ਨੇ, ਵਰਣ ਦੇਵ ਵੀ ਕਹਿ ਦਿੰਦੇ ਨੇ, ਲੱਗਦਾ ਗੁਰੂ ਸਾਹਿਬ ਉਹਦੀ ਆਰਾਧਨਾ ਕਰਦੇ ਨੇ ਉੱਥੇ। ਮਨ 'ਚ ਸੁਭਾਵਕ ਹੀ ਉਹਦੇ ਭਰਮ ਹੈ ਨਾ। ਭਰਮ ਕਦੇ ਵੀ ਆ ਸਕਦਾ, ਕਿਸੇ ਤਰ੍ਹਾਂ ਦਾ ਵੀ ਭਰਮ ਹੈ ਹੀ ਉਹ ਜਿਹੜਾ ਮੰਨ ਲਈਏ ਹੋਵੇ ਨਾ। ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੋ ਜਿਹਾ ਮੰਨ ਲੈਣਾ ਉਹ ਜਿਹਾ ਹੈ ਨਹੀਂ, ਉਹਨੂੰ ਭਰਮ ਕਹਿੰਦੇ ਆ। ਭਾਈ ਸੈਦੇ ਕੀ ਉਹਦੇ ਮਨ 'ਚ ਭਰਮ ਆ ਗਿਆ। ਮਨ ਹੀ ਮਨ ਸੋਚਣ ਵੀ ਆ ਮੈਂ ਮਨ 'ਚ ਸੋਚਦੇ ਵੀ ਗੁਰੂ ਸਾਹਿਬ ਰਾਵੀ ਦਰਿਆ ਦੇ ਕੰਢੇ ਜਾਂਦੇ ਨੇ ਰੋਜ਼ ਸਵੇਰੇ, ਲੱਗਦਾ ਉੱਥੇ ਖਵਾਜੇ ਨੂੰ ਆਰਾਧਦੇ ਨੇ। ਜਾਂ ਉੱਥੋਂ ਦਾ ਜਿਹੜਾ ਵਰਣ ਦੇਵ, ਮੁਸਲਮਾਨ ਖਵਾਜਾ ਕਹਿ ਦਿੰਦੇ ਨੇ, ਹਿੰਦੂ ਵੀਰ ਵਰਣ ਦੇਵ ਕਹਿ ਦਿੰਦੇ ਨੇ ਜਲ ਦੇ ਦੇਵਤੇ ਨੂੰ। ਕਹਿੰਦੇ ਜੀ ਜਲ ਦੇ ਦੇਵਤੇ ਦੀ ਉੱਥੇ ਆਰਾਧਨਾ ਕਰਦੇ ਨੇ, ਇਉਂ ਜਾਪਦਾ ਮਨ ਬਾਚਿਤ ਜਾਚੇ ਸੋ ਲੇਵੇਂ। ਤੇ ਉਸ ਵਰਣ ਦੇਵ ਦੀ ਆਰਾਧਨਾ ਕਰਕੇ ਜੋ ਉਹਨਾਂ ਨੂੰ ਚਾਹੀਦਾ ਉੱਥੋਂ ਲੈਂਦੇ ਹੋਣਗੇ। ਕਰੀ ਬਰਨ ਕੀ ਸੇਵ ਕਨੇਰੀ। ਗੁਰੂ ਜੀ ਨੇ ਲੱਗਦਾ ਵਰਣ ਦੇਵਤਾ ਦੀ ਬੜੀ ਬੰਦਗੀ ਕੀਤੀ ਆ, ਉਹਦੀ ਬੜੀ ਸੇਵਾ ਕੀਤੀ ਹੈ। ਜਾਂ ਤੇ ਅਜ਼ਮਤ ਬਦੀ ਬਦੇਰੀ। ਤਾਂ ਹੀ ਗੁਰੂ ਨਾਨਕ ਸਾਹਿਬ 'ਚ ਏਡੀ ਵੱਡੀ ਕਲਾ, ਤਾਂ ਹੀ ਉਹਨਾਂ ਵਿੱਚ ਏਡੀ ਵੱਡੀ ਅਜ਼ਮਤ। ਵੇਖੋ ਭਰਮ ਕਿਹੋ ਜਿਹਾ ਆ ਗਿਆ ਸਿੱਖ ਦੇ ਮਨ 'ਚ। ਕਹਿੰਦਾ ਲੱਗਦਾ ਤਾਂ ਹੀ ਉਹਨਾਂ ਵਿੱਚ ਏਡੀ ਵੱਡੀ ਕਰਾਮਾਤ ਹੈ। ਕਲਾ ਵਿਸ਼ਾਲ ਤਾਏ ਤੇ ਪਾਈ। ਵਰਣ ਦੇਵਤੇ ਕੋਲੋਂ ਹੀ ਇਹਨਾਂ ਨੂੰ ਵਿਸ਼ਾਲ ਕਲਾ ਪ੍ਰਾਪਤ ਹੋਈ। ਸਭ ਜਗ ਕੀ ਲੀਨੀ ਗੁਰਿਆਈ। ਸਾਰੇ ਜਗਤ ਦੀ ਗੁਰਿਆਈ ਇਹਨਾਂ ਨੂੰ ਪ੍ਰਾਪਤ ਹੋਈ ਹੈ। ਤੇ ਲੱਗਦਾ ਵਰਣ ਦੇਵ ਦੀ ਕਿਰਪਾ ਹੈ ਇਹਨਾਂ ਤੇ। ਮੈਂ ਅਬ ਸੇਵ ਕਰੂੰ ਬਹੁਤਾਈ। ਸੋਚਦਾ ਸੈਦੇ ਘੀਓ ਕਿਉਂ ਨਾ ਮੈਂ ਵੀ ਵਰਣ ਦੇਵ ਦੀ ਸੇਵਾ ਕਰਿਆ ਕਰਾਂ। ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਕੇ ਗੁਰੂ ਹੋ ਗਏ ਨੇ ਸੰਸਾਰ ਦੇ, ਤੇ ਮੈਂ ਵੀ ਉਸੇ ਵਰਣ ਦੇਵਤਾ ਦੀ ਜਾ ਕੇ ਸੇਵਾ ਕਰਾਂ, ਉਹਦੀ ਆਰਾਧਨਾ ਕਰਾਂ। ਪ੍ਰਾਪਤ ਹੋਏ ਕਲਾ ਮੁਝ ਮਾਈ। ਮੈਨੂੰ ਵੀ ਕਲਾ ਮਿਲ ਜਾਏਗੀ, ਮੈਂ ਵੀ ਕਰਾਮਾਤੀ ਹੋ ਜਾਵਾਂਗਾ, ਮੈਨੂੰ ਵੀ ਅਜ਼ਮਤ ਮਿਲ ਜਾਏਗੀ। ਇਉਂ ਭਾਈ ਸੈਦੇ ਘੀਓ ਦੇ ਮਨ 'ਚ ਸੰਕਲਪ ਆਇਆ। ਇਸ ਪ੍ਰਕਾਰ ਉਰ ਮੈਂ ਠਹਿਰਾਈ। ਮਨ ਵਿੱਚ ਇਸ ਤਰ੍ਹਾਂ ਦਾ ਫੁਰਨਾ ਸੈਦੇ ਘੀਓ ਨੇ ਕੀਤਾ। ਬੀਤੀ ਨਿਸ ਜਬ ਪੈਰ ਅਟਾਈ। ਜਦੋਂ 2.5 ਪਹਿਰ ਰਾਤ ਬੀਤ ਗਈ, ਤਬ ਸੋ ਗਮਨਿਓ ਸਰਤਾ ਤੀਰੰ। ਕਹਿੰਦੇ ਸੈਦੇ ਘੀਓ ਵੀ ਪਿੱਛੇ ਪਿੱਛੇ ਰਾਤ ਨੂੰ ਹਨੇਰੇ ਵਿੱਚ ਦਰਿਆ ਦੇ ਕੰਢੇ ਨੂੰ ਚੱਲ ਪਿਆ। ਮਿਲਿਓ ਪੰਥ ਇੱਕ ਮਨੁੱਖ ਸਰੀਰੰ। ਜਦੋਂ ਸੈਦੇ ਘੀਓ ਦਰਿਆ ਵੱਲ ਜਾਣ ਲੱਗਾ ਤੇ ਦਰਿਆ ਦੇ ਨੇੜੇ ਇੱਕ ਬੰਦਾ, ਉਹ ਭਾਈ ਸੈਦੇ ਘੀਓ ਨੂੰ ਮਿਲਿਆ। ਜਿਸ ਕੇ ਹੱਥ ਵਿਖੇ ਇੱਕ ਮੀਨਾ। ਉਹਦੇ ਹੱਥ ਦੇ ਵਿੱਚ ਇੱਕ ਮੱਛੀ ਫੜੀ ਹੋਈ ਆ ਉਹਨੇ। ਮੀਨਾ ਕਹਿੰਦੇ ਆ ਮੱਛੀ ਨੂੰ। ਇੱਕ ਮੱਛੀ ਉਹਨੇ ਫੜੀ ਹੋਈ ਐ। ਦੇਖਤ ਸੈਦੋ ਬੂਜਨ ਕੀਨਾ। ਭਾਈ ਸੈਦੇ ਘੀਓ ਨੇ ਉਹਨੂੰ ਵੇਖਿਆ ਤੇ ਉਹਨੂੰ ਪੁੱਛਿਆ, ਕੌਣ ਅਹੇ ਤੂੰ ਕਿਤ ਕੋ ਜਾਈ। ਕਹਿੰਦਾ ਉਹ ਕੌਣ ਹੈ ਤੂੰ? ਸੈਦੇ ਘਿਓ ਨੂੰ ਪੁੱਛਦਾ, ਕਹਿੰਦਾ ਕੌਣ ਹੈ ਤੂੰ ਭਾਈ, ਕਿੱਧਰ ਜਾ ਰਿਹਾ ਹੈ? ਨਿਸਮੈ ਤਸਕਰ ਕੈ ਸਿਖ ਆਈ। ਇਹ ਅੱਧੀ ਰਾਤ ਦਾ ਵੇਲਾ, ਤੂੰ ਕੋਈ ਚੋਰ ਹੈ ਜਾਂ ਗੁਰੂ ਘਰ ਦਾ ਕੋਈ ਸੇਵਕ ਸਿੱਖ ਹੈ? ਸੁਣ ਕੇ ਉੱਤਰ ਦੀ ਨੋ ਤਾਈ। ਅੱਗੋਂ ਉਹਨੇ ਜਵਾਬ ਦਿੱਤਾ, ਉਹ ਕਹਿਣ ਲੱਗਾ, ਮੁਝ ਕੋ ਤਸਕਰ ਲਖੀਏ ਨਾਈ। ਕਹਿਣ ਲੱਗਾ ਭਾਈ ਸੈਦਾ ਜੀ,
ਮੈਨੂੰ ਤੁਸੀਂ ਚੋਰ ਨਾ ਸਮਝੋ। ਸਗਰੀ ਸਰਤਾ ਕੋ ਪਤ ਜਾਨੋ। ਆ ਜਿਹੜਾ ਦਰਿਆ ਵਗਦਾ ਰਾਵੀ, ਮੈਂ ਇਹਦਾ ਪਤੀ ਮੈਨੂੰ ਵਰਣ ਦੇਵ ਕਹਿੰਦੇ ਹਨ। ਨਾਮ ਬਰਨ ਮੇਰੋ ਪਹਿਚਾਨੋ। ਮੈਨੂੰ ਵਰਣ ਦੇਵ ਵੀ ਕਹਿੰਦੇ ਨੇ ਤੇ ਲੋਕ ਮੈਨੂੰ ਖਵਾਜਾ ਕਹਿ ਕੇ ਵੀ ਬੁਲਾਉਂਦੇ ਨੇ। ਸ਼੍ਰੀ ਗੁਰ ਕੋ ਹੋ ਪੂਜਨ ਜਾਵੋ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਆਏ ਨੇ ਮੇਰੇ ਦਕੰਡੇ, ਤੇ ਮੈਂ ਉਹਨਾਂ ਦੇ ਚਰਨਾਂ ਦੀ ਪੂਜਾ ਕਰਨ ਰੋਜ਼ ਜਾਂਦਾ ਹਾਂ। ਰੋਜ਼ ਉਹਨਾਂ ਦੇ ਚਰਨਾਂ ਨੂੰ ਮਨਾਉਂਦਾ, ਉਹਨਾਂ ਦੇ ਚਰਨਾਂ ਨੂੰ ਪੂਜਦਾ ਹਾਂ। ਦਰਸ਼ਨ ਨਿਤ ਪ੍ਰਤ ਕਰ ਆਵੋ। ਔਰ ਨਿਤਾ ਪ੍ਰਤੀ ਉਹਨਾਂ ਦੇ ਦਰਸ਼ਨ ਕਰਕੇ ਆਉਂਦਾ ਹਾਂ। ਸੁਨ ਕੈ ਸੈਦੋ ਗਿਰਾ ਉਚਾਰੀ। ਸੁਣ ਕੇ ਅੱਗੋਂ ਸੈਦੇ ਘੀਓ ਜੀ ਬੋਲੇ, ਕਹਿਣ ਲੱਗੇ ਮੈਂ ਤੋ ਉਰ ਕਛ ਔਰ ਵਿਚਾਰੀ। ਕਹਿਣ ਲੱਗੇ ਅੱਛਾ, ਇੱਕਦਮ ਹੈਰਾਨ ਹੋ ਗਏ। ਕਹਿੰਦੇ ਮੈਂ ਤਾਂ ਆਪਣੇ ਚਿੱਤ 'ਚ ਕੁਝ ਹੋਰ ਹੀ ਸੋਚੀ ਬੈਠਾ ਸੀ, ਮੈਂ ਤਾਂ ਕੋਈ ਹੋਰ ਹੀ ਮਨ 'ਚ ਵਿਚਾਰੀ ਬੈਠਾ ਸਾਂ। ਸ਼੍ਰੀ ਗੁਰ ਸੇਵਾ ਕਰੇ ਤੁਮਾਰੀ। ਮੈਂ ਤਾਂ ਇਹ ਸੋਚ ਬੈਠਾ ਭਰਮ ਕਰਕੇ ਕਿ ਸਤਿਗੁਰੂ ਜੀ ਤੇਰੀ ਸੇਵਾ ਕਰਦੇ ਨੇ, ਉਹ ਤਾਂ ਤੇਰੀ ਆਰਾਧਨਾ ਕਰਦੇ ਨੇ। ਜਾਂ ਤੇ ਅਜ਼ਮਤ ਭੀ ਤਿਨ ਪਾਰੀ। ਤਾਂ ਉਹਨਾਂ ਵਿੱਚ ਕਰਾਮਾਤ ਆਈ ਹੈ, ਤਾਂ ਉਹ ਅਜਮਤੀ ਹੋਏ ਨੇ। ਰਿੱਧ ਸਿੱਧ ਤੁਮ ਤੇ ਸਭ ਪਾਈ। ਉਹਨਾਂ ਨੇ ਤੇਰੇ ਕੋਲੋਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਨੇ। ਇਸ ਬਿਦ ਕੀ ਗਤ ਚਿਤ ਠਹਿਰਾਈ। ਮੈਂ ਤਾਂ ਆਪਣੇ ਮਨ 'ਚ ਆਹ ਕੁਝ ਸੋਚੀ ਬੈਠਾ ਹਾਂ। ਚਲਿਓ ਹੁਤੋ ਤਵ ਸੇਵਾ ਕਰ। ਮੈਂ ਤਾਂ ਤੇਰੀ ਆਰਾਧਨਾ ਕਰਨ ਚੱਲਿਆ ਸੀ, ਅੱਜ ਤੈਨੂੰ ਹੀ ਆਰਾਧਨ ਆ ਰਿਹਾ ਸੀ। ਮਿਲ ਕੇ ਤੁਮ ਸਭ ਕੀ ਨੀ ਉਚਾਰਨ। ਤੇ ਤੂੰ ਮੈਨੂੰ ਰਸਤੇ 'ਚ ਮਿਲ ਗਿਆ ਵਰਣ ਦੇਵ, ਤੇ ਸਾਰੀ ਗੱਲ ਮੈਨੂੰ ਦੱਸ ਦਿੱਤੀ ਐ। ਤੁਮ ਜੋ ਤਿਨ ਕੋ ਪੂਜਨ ਜਾਵੋ। ਜੇ ਤੂੰ ਉਹਨਾਂ ਨੂੰ ਪੂਜਣ ਜਾਂਦਾ ਹੈ ਹਉ ਨਿਜ ਮਨ ਕਿਉ ਪਰਮਾਵੋ। ਤੇ ਫਿਰ ਮੈਂ ਆਪਣਾ ਮਨ ਕਿਉਂ ਭਰਮਾਵਾਂ? ਜਿਨ੍ਹਾਂ ਨੂੰ ਤੂੰ ਪੂਜਦਾ, ਮੈਂ ਫਿਰ ਉਹਨਾਂ ਦੀ ਪੂਜਾ ਕਿਉਂ ਨਾ ਕਰਾਂ? ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਮੈਂ ਕਿਉਂ ਫਿਰ ਮਨ ਭਰਮਾ ਕੇ ਉਹਨਾਂ ਨੂੰ ਛੱਡ ਕੇ ਤੇਰੇ ਵਾਲੇ ਪਾਸੇ ਧਿਆਨ ਕਰਾਂ? ਸੁਣ ਕੇ ਬਰਨ ਭਨੀ ਪੁਨ ਬਾਨੀ। ਸੁਣ ਕੇ ਅੱਗੋਂ ਵਰਣ ਦੇਵ ਬੋਲਿਆ, ਸ਼੍ਰੀ ਨਾਨਕ ਲਖ ਗਨ ਗੁਣ ਖਾਨੀ। ਕਹਿਣ ਲੱਗੇ ਸਿੱਖਾ, ਗੁਰੂ ਨਾਨਕ ਸਾਹਿਬ ਜੀ ਸਮੂਹ ਗੁਣਾਂ ਦੇ ਮਾਲਕ ਨੇ, ਸੁਆਮੀ ਹਨ। ਨਰ ਨੇ ਉਧਾਰਨ ਹੇਤੇ ਅਵਤਾਰਾ। ਧਰਿਓ ਦੇਹ ਨਿਜ ਸ਼੍ਰੀ ਕਰਤਾਰਾ। ਨਰਨ ਉਦਾਹਰਨ ਕਾਰਨ ਵੇ ਕਲ ਮੈਂ ਲਿਓ ਅਵਤਾਰ। ਉਹ ਤਾਂ ਕਲਯੁਗ ਦੇ ਵਿੱਚ ਜੀਵਾਂ ਦੇ ਪਾਰ ਉਤਾਰੇ ਵਾਸਤੇ ਅਵਤਾਰ ਧਾਰਨ ਕਰਕੇ ਆਏ। ਆਪ ਦੀਨ ਦੁਨੀਆ ਦੇ ਮਾਲਕ ਮੇਰੇ ਸਿਰਜਣਹਾਰ ਹਨ। ਗੁਰ ਗੋਬਿੰਦ ਗੋਪਾਲ ਗੁਰ। ਗੁਰ ਪੂਰਨ ਨਾਰਾਇਣੇ। ਗੁਰੂ ਗੋਪਾਲ ਹੈ, ਗੁਰੂ ਗੋਬਿੰਦ ਰੂਪ ਹੈ, ਗੁਰੂ ਪੂਰਨ ਨਾਰਾਇਣ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਹਨ। ਗੁਰ ਦਿਆਲ ਸਮਰੱਥ ਗੁਰ। ਗੁਰੂ ਦਿਆਲ ਹੈ, ਗੁਰੂ ਸਮਰੱਥ ਦੇਵ ਹਨ। ਗੁਰ ਨਾਨਕ ਪਤ ਤੇ ਉਧਾਰਣੇ। ਗੁਰੂ ਨਾਨਕ ਸਾਹਿਬ ਸਾਡੇ ਵਰਗੇ ਪਤਿਤ ਜੀਵਾਂ ਨੂੰ ਉਧਾਰਨੇ ਵਾਲੇ ਉਧਾਰ ਕਰਤਾ ਹਨ। ਦ੍ਰਿੜ ਸ਼ਰਧਾ ਤਰ ਭਰਮੋ ਨਾਈ। ਐ ਸਿੱਖਾ, ਗੁਰੂ ਤੇ ਦ੍ਰਿੜ ਸ਼ਰਧਾ ਰੱਖ, ਭਰਮ ਨਾ ਕਰ ਆਪਣੇ ਮਨ ਵਿੱਚ। ਮੇਰੇ ਵਰਗੇ ਖਬਰੇ ਕਿੰਨੇ ਕੁ ਵਰਣ ਨੇ ਜਿਹੜੇ ਉਹਨਾਂ ਦੇ ਚਰਨਾਂ ਨੂੰ ਪੂਜਦੇ ਹਨ। ਕਿਤਨੇ ਹੀ ਵਰਣ ਨੇ ਮੇਰੇ ਵਰਗੇ ਜਿਹੜੇ ਉਹਨਾਂ ਦੇ ਚਰਨਾਂ ਨੂੰ ਆਰਾਧਦੇ ਹਨ। ਚਰਨ ਕਮਲ ਸੇਵੋ ਤੁਮ ਤਾਈ। ਗਾਵਨ ਤੁਧਨੋ ਪੌਣ ਪਾਣੀ ਬੈਸੰਤਰ। ਪਤਾ ਨਹੀਂ ਕਿਤਨੇ ਪੌਣ ਪਾਣੀ ਤੇ ਬੈਸੰਤਰ ਦੇਵਤੇ ਆਦਿਕ ਸਭ ਉਹਦੀ ਸਿਫਤ ਨੂੰ ਗਾਇਨ ਕਰਨ ਵਾਲੇ ਹਨ। ਸੁਨ ਕਰ ਸੈਦੋ ਕਿਉ ਤੈ ਕਾਲਾ। ਸੁਣ ਕੇ ਭਾਈ ਸੈਦੋ ਘੀਓ ਜੀ ਆਇਓ ਜੈ ਬੈਠਿਓ ਪ੍ਰਭ ਦਿਆਲਾ। ਉੱਥੇ ਆਏ ਜਿੱਥੇ ਦਿਆਲੂ ਪ੍ਰਭੂ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ। ਅਭਿਬੰਦਨ ਕਰ ਬੈਠ ਸਮੀਪਾ। ਗੁਰੂ ਪਾਤਸ਼ਾਹ ਦੇ ਚਰਨਾਂ ਤੇ ਬੰਦਨਾ ਕਰਕੇ ਕੋਲ ਬੈਠ ਗਏ। ਇੱਕ ਬੋਲੇ ਬੇਦੀ ਕੁਲ ਦੀਪਾ। ਭਾਈ ਸੈਦੇ ਘੀਓ ਨੂੰ ਵੇਖ
ਕੇ ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ, ਬੇਦੀ ਕੁਲ ਸਿਰਬੋਰ, ਬੇਦੀ ਕੁਲ ਕੇਤੂ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ। ਤੂੰ ਕਿਉ ਆਇਓ ਨਿਸਾ ਮਜਾਰੀ। ਮਹਾਰਾਜ ਕਹਿੰਦੇ ਭਾਈ ਸਹਿਦਿਆ ਤੂੰ ਇੰਨੀ ਰਾਤ ਨੂੰ ਕਿਉਂ ਆਇਆ? ਆਵਤ ਹੁਤੋ ਹੋਤ ਪੁਨ ਸਾਰੀ। ਤੂੰ ਤਾਂ ਅੱਗੇ ਲੋ ਲੱਗਿਆ ਆਇਆ ਕਰਦਾ ਹੈ। ਨਿਜ ਬਿਰਤਾਂਤ ਤਿਨ ਸਰਬ ਬਖਾਨਾ। ਭਾਈ ਸਹਿਦੇ ਨੇ ਆਪਣੇ ਮਨ ਦਾ ਸਾਰਾ ਬਿਰਤਾਂਤ ਹਾਲ ਗੁਰੂ ਸਾਹਿਬ ਨੂੰ ਸੁਣਾਇਆ। ਪ੍ਰਭ ਜੀ ਤੁਮਰੋ ਭੇਦ ਨ ਜਾਣਾ। ਇਹ ਅੰਤਰਯਾਮੀ ਸਾਹਿਬ ਮੈਂ ਤੁਹਾਡਾ ਭੇਦ ਨਹੀਂ ਜਾਣ ਸਕਿਆ। ਜਾਂ ਤੇ ਮੈਂ ਪਰਮਿਓ ਮਤ ਮੂਡਾ। ਮਹਾਰਾਜ ਮੈਂ ਮਾੜੀ ਮੱਤ ਵਾਲਾ ਭਰਮ ਚ ਪੈ ਗਿਆ ਸਾਂ। ਅਬ ਮੈਂ ਲਖਿਓ ਪ੍ਰਤਾਪ ਜੁਗੂਡਾ। ਮੈਂ ਆਪ ਜੀ ਦੇ ਵੱਡੇ ਭਾਰੀ ਮਹਾਨ ਪ੍ਰਤਾਪ ਨੂੰ ਜਾਣਿਆ ਹੈ। ਸਭ ਬਿਦ ਸੁਨ ਕੈ ਸ਼੍ਰੀ ਗੁਣ ਖਾਨੀ। ਸਰਬ ਪ੍ਰਕਾਰ ਦੀ ਪਾਤਸ਼ਾਹ ਨੇ ਬੇਨਤੀ ਗੁਣਾ ਦੀ ਖਾਨ ਸਤਿਗੁਰਾਂ ਨੇ ਸੁਣੀ। ਉਚਰਿਓ ਸ਼ਬਦ ਮ੍ਰਿਦੁਲ ਮੁਖ ਬਾਣੀ। ਗੁਰਦੇਵ ਦਾ ਪਾਵਨ ਸ਼ਬਦ ਖਾਲਸਾ ਜੀ ਇਹ ਜਿਹੜਾ ਸ਼ਲੋਕ ਅੱਗੇ ਉਚਾਰਨ ਹੋ ਰਿਹਾ ਹੈ ਮਾਝ ਦੀ ਵਾਰ ਦਾ ਗੁਰੂ ਅੰਗਦ ਦੇਵ ਸਾਹਿਬ ਦਾ ਉਚਾਰਨ ਕੀਤਾ ਹੋਇਆ। ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਉਸ ਵੇਲੇ ਜਿਹੜਾ ਭਾਵ ਸਫੁਰਤ ਹੋਇਆ ਉਹ ਗੁਰੂ ਅੰਗਦ ਦੇਵ ਸਾਹਿਬ ਨੇ ਉਚਾਰਨ ਕੀਤਾ। ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦੋਵੇਂ ਇੱਕ ਰੂਪ ਹਨ। ਸ਼ਬਦ ਗੁਰੂ ਅੰਗਦ ਸਾਹਿਬ ਦਾ ਅੱਗੇ ਆ ਰਿਹਾ ਹੈ ਪਰ ਭਾਵ ਜਿਹੜੇ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਹਿਰਦੇ ਚ ਆਏ ਭਾਈ ਸਹਿਦੇ ਘੀਓ ਪ੍ਰਤੀ ਉਹ ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਸਫੁਰਤ ਹੋ ਕੇ ਰਸਨਾ ਦੇ ਉੱਤੇ ਆਏ ਹਨ। ਸੁਣੋ ਜੀ ਉਹ ਸ਼ਲੋਕ ਜੋ ਗੁਰੂ ਅੰਗਦ ਦੇਵ ਸਾਹਿਬ ਨੇ ਉਚਾਰਨ ਕੀਤਾ। ਹਾਂਜੀ। ਸ੍ਰੀ ਮੁਖ ਵਾਕ ਸ਼ਲੋਕ ਮਹੱਲਾ ਦੂਜਾ। ਅੱਠੀ ਪੈਰੀ ਅੱਠ ਖੰਡ ਨਾਵਾ ਖੰਡ ਸਰੀਰ। ਸ਼ਲੋਕ ਮਹਾਰਾਜ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਉਚਾਰ ਰਹੇ ਨੇ ਕਿਉਂਕਿ ਇਹ ਜਨਮ ਸਾਖੀ ਗੁਰੂ ਅੰਗਦ ਸਾਹਿਬ ਨੇ ਲਿਖਵਾਈ ਹੈ। ਭਾਈ ਬਾਲਾ ਜੀ ਨੇ ਉਚਾਰੀ ਹੈ। ਭਾਈ ਪੈੜੇ ਮੋਖੇ ਨੇ ਕਥਾ ਲਿਖੀ ਸੀ ਸਾਰੀ। ਉਹਦੇ ਚ ਗੁਰੂ ਅੰਗਦ ਸਾਹਿਬ ਦੇ ਪਾਵਨ ਬਚਨ ਨੇ। ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਨੇ ਅੱਠੀ ਪਹਿਰੀ ਅੱਠ ਖੰਡ। ਅੱਠ ਪਹਿਰਾਂ ਵਿੱਚ ਅੱਠਾਂ ਨੂੰ ਖੰਡੋ ਨਾਵਾਂ ਖੰਡ ਸਰੀਰ ਤੇ ਨੌਵਾਂ ਇਸ ਸਰੀਰ ਨੂੰ ਖੰਡੋ। ਹੁਣ ਅੱਠ ਪਹਿਰਾਂ ਵਿੱਚ ਕਿਹੜੇ ਅੱਠ ਖੰਡਣੇ ਆ? ਖੰਡਣ ਦਾ ਮਤਲਬ ਹੈ ਵੀ ਖਤਮ ਕਰਨੇ, ਟੁਕੜੇ ਟੁਕੜੇ ਕਰਕੇ ਨਾਸ ਕਰਨਾ। ਅੱਠਾਂ ਪਹਿਰਾਂ ਵਿੱਚ ਚਾਰ ਪਹਿਰ ਦਿਨ ਦੇ ਨੇ, ਚਾਰ ਰਾਤ ਦੇ ਨੇ, ਅੱਠ ਪਹਿਰ ਹੋ ਗਏ। ਅੱਠਾਂ ਪਹਿਰਾਂ ਵਿੱਚ ਅੱਠਾਂ ਨੂੰ ਖੰਡਣਾ। ਅੱਠ ਕਿਹੜੇ ਖੰਡਣੇ ਆ? ਪੰਜ ਨੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਹੋ ਗਏ। ਤੇ ਤਿੰਨ ਨੇ ਰਜੋਗੁਣ ਤਮੋਗੁਣ ਸਤੋਗੁਣ, ਤਿੰਨ ਇਹ ਗੁਣ ਤੇ ਕੁੱਲ ਗਿਣਤੀ ਹੋ ਗਈ 8। ਇਹਨਾਂ ਅੱਠਾਂ ਨੂੰ ਖੰਡੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਰਜੋ ਤਮੋ ਸਤੋ ਗੁਣ ਤੋਂ ਉੱਪਰ ਉੱਠੋ। ਇਹਨਾਂ ਨੂੰ ਖੰਡ ਕੇ ਨਾਵਾਂ ਖੰਡ ਸਰੀਰ। ਆ ਜਿਹੜਾ ਸਰੀਰ ਹੈ ਨੌਵਾਂ, ਇਹਨੂੰ ਵੀ ਖੰਡੋ, ਇਹਦੀ ਮਮਤਾ ਨੂੰ ਛੱਡੋ। ਇਹ ਸਰੀਰ ਦੀ ਹੰਗਤਾ ਤੇ ਮਮਤਾ ਦਾ ਤਿਆਗ ਕਰੋ। ਖਾਲਸਾ ਜੀ ਗੁਰੂ ਅੰਗਦ ਦੇਵ ਸਾਹਿਬ ਦੇ ਬੜੇ ਪਿਆਰੇ ਅੰਮ੍ਰਿਤ ਬੋਲ ਹਨ। ਹਾਂਜੀ। ਤਿਸ ਵਿੱਚ ਨੌ ਨਿਧ ਨਾਮ ਏਕ ਭਾਲੈ ਗੁਣੀ ਗਹੀਰ। ਇਹਦੇ ਵਿੱਚ ਪਰਮੇਸ਼ਰ ਦੀਆਂ 9 ਨਿਧੀਆਂ ਦਾ ਖਜ਼ਾਨਾ ਅੰਮ੍ਰਿਤ ਨਾਮ ਵਸਦਾ ਇਸ ਕਾਇਆ ਵਿੱਚ ਹੀ। ਜਿਹੜੇ ਗੁਣੀ ਗਹੀਰ ਲੋਕ ਨੇ, ਜਗਿਆਸੂ ਨੇ, ਉਹ ਆਪਣੀ ਇਸ ਕਾਇਆ ਵਿੱਚੋਂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਪਾਲਦੇ ਹਨ। ਯਾਨੀ ਕਿ ਰਸਨਾ ਨਾਲ ਜਪਦੇ ਨੇ ਔਰ ਅੰਦਰ ਜਿਹੜਾ ਖੂਟਾ ਭਰਿਆ ਹੋਇਆ ਅੰਮ੍ਰਿਤ ਦਾ, ਅੰਤਰ ਖੂਟਾ ਜਿਹੜਾ ਅੰਮ੍ਰਿਤ ਜਲ ਨਾਲ ਭਰਿਆ ਹੋਇਆ, ਉਹਨੂੰ ਆਪਣੇ ਅੰਦਰੋਂ ਖੋਜਦੇ ਹਨ। ਕਰਮਵੰਤੀ ਸਾਲਾਹਿਆ ਨਾਨਕ ਕਰ ਗੁਰ ਪੀਰ। ਜਿਹੜੇ ਕਰਮਾਂ ਵਾਲੇ ਨੇ ਉਹਨਾਂ ਨੇ ਸਲਾਹਿਆ ਉਸ ਪਰਮੇਸ਼ਰ ਨੂੰ। ਕਿਵੇਂ ਸਲਾਹਿਆ? ਗੁਰੂ ਨਾਨਕ ਸਾਹਿਬ ਨੂੰ ਸਿੱਖਾਂ ਨੇ ਆਪਣਾ ਗੁਰੂ ਮੰਨਿਆ, ਹਿੰਦੂਆਂ ਨੇ ਆਪਣਾ ਗੁਰੂ ਮੰਨ ਕੇ ਔਰ ਮੁਸਲਮਾਨਾਂ ਨੇ ਆਪਣਾ ਪੀਰ ਮੰਨ ਕੇ ਉਸ ਨੂੰ ਸਲਾਹਿਆ ਪਰਮੇਸ਼ਰ ਨੂੰ। ਨਾਨਕ ਕਰ ਗੁਰ ਪੀਰ। ਸਿੱਖ ਗੁਰੂ ਸਾਹਿਬ ਨੂੰ ਗੁਰੂ ਮੰਨਦੇ, ਹਿੰਦੂ ਵੀ ਗੁਰੂ ਮੰਨਦੇ, ਮੁਸਲਮਾਨ ਉਹ ਗੁਰੂ ਸਾਹਿਬ ਨੂੰ ਆਪਣਾ ਪੀਰ ਮੰਨਦੇ। ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਪੀਰ ਜਾਣ ਕੇ ਕਰਮਾਂ ਵਾਲਿਆਂ ਨੇ, ਭਾਗਾਂ ਵਾਲਿਆਂ ਨੇ ਪਰਮੇਸ਼ਰ ਨੂੰ ਸਲਾਹਿਆ ਹੈ। ਚੌਥੇ ਪੈਰ ਸਬਾਹ ਕੇ
ਔਰ ਸੁਰਤਿਆਂ ਉਪਜੈ ਚਾਓ। ਚੌਥਾ ਪੈਰ ਸਬਾਹਾ ਕੇ ਯਾਨੀ ਕਿ ਸੁਬਾਹ ਦੇ ਅੰਮ੍ਰਿਤ ਵੇਲੇ ਦੇ ਚੌਥਾ ਪੈਰ ਅੰਮ੍ਰਿਤ ਵੇਲਾ ਸੁਬਾਹ ਦਾ ਚੌਥਾ ਪੈਰ ਅੰਮ੍ਰਿਤ ਵੇਲੇ ਦਾ ਸਮਾਂ ਜਿਹੜੇ ਸੁਰਤੇ ਨੇ ਨਾ ਸੁਰਤਿਆਂ ਸੋ ਰਤਿਆ ਜਿਹੜੇ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਸ੍ਰੇਸ਼ਟ ਰੰਗ 'ਚ ਰੰਗੇ ਹੋਏ ਰੱਬ ਦੇ ਪਿਆਰੇ ਨੇ ਉਹ ਸੁਬਾਹ ਦੇ ਚੌਥੇ ਪੈਰ ਯਾਨੀ ਕਿ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਬਰ ਤਿਆਰ ਹੁੰਦੇ ਤੇ ਉਹਨਾਂ ਅੰਦਰ ਚਾਅ ਜਾਗਦਾ ਹੈ। ਸੁਰਤਿਆਂ ਉਪਜੈ ਚਾਓ। ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਨਾ ਉਹਨਾਂ ਅੰਦਰ ਚਾਅ ਹੁੰਦਾ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਇਸ਼ਨਾਨ ਕਰਨਾ। ਜਦੋਂ ਉੱਠਦੇ ਆ ਸੁਬਾਹ ਚਾਅ ਜਾਗਿਆ ਹੁੰਦਾ ਉਹਨਾਂ ਦੇ ਨੇਤਰਾਂ 'ਚ ਰੰਗ ਨੇਤਰਾਂ 'ਚ ਮਸਤੀ ਹਿਰਦੇ 'ਚ ਚਾਹ ਹੁੰਦਾ ਹੈ। ਤਿਨਾ ਦਰਿਆਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾਉ। ਤਿਨਾ ਦਰਿਆਵਾਂ ਸਿਉ ਦੋਸਤੀ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਉੱਠਦੇ ਨੇ ਉਹ ਰੱਬ ਦੇ ਪਿਆਰੇ ਫਿਰ ਉਹਨਾਂ ਦੀ ਦਰਿਆਵਾਂ ਨਾਲ ਦੋਸਤੀ ਹੁੰਦੀ ਜਲ ਨਾਲ ਯਾਨੀ ਕਿ ਇਸ਼ਨਾਨ ਪਾਨ ਕਰਦੇ ਜਾ ਕੇ। ਮਾਂ ਨੇ ਮੋਖੇ ਮਨ ਨੰਨੇ ਨੂੰ ਵੀ ਸਿਹਾਰੀ ਲੱਗੀ ਆ ਤੇ ਮੁਖ ਦੇ ਖੱਖੇ ਨੂੰ ਵੀ ਸਿਹਾਰੀ ਲੱਗੀ ਹੈ। ਜੇ ਮਨਮੁਖ ਕਹਿ ਦਿਆਂਗੇ ਤੇ ਮਨਮੁਖ ਵਾਚਕ ਤਾਂ ਬੜਾ ਮਾੜਾ ਸ਼ਬਦ ਹੋ ਗਿਆ ਵੀ ਜਿਹੜਾ ਮਨ ਪਿੱਛੇ ਚੱਲੇ। ਸਿਹਾਰੀ ਲਾ ਕੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਮਨ ਵਿੱਚ ਵੀ ਉਹਨਾਂ ਦੇ ਮੁਖ ਵਿੱਚ ਵੀ ਪਰਮੇਸ਼ਰ ਦਾ ਸੱਚਾ ਨਾਮ ਹੁੰਦਾ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੈ। ਚੌਥੇ ਪਹਿਰ ਸੁਬਾਹ ਦੇ ਅੰਮ੍ਰਿਤ ਵੇਲੇ ਸੁਰਤਿਆਂ ਨੂੰ ਚਾਅ ਜਾਗਦਾ ਹੈ। ਪ੍ਰੇਮੀਆਂ ਦੇ ਹਿਰਦੇ 'ਚ ਪ੍ਰੇਮ ਜਾਗਦਾ ਹੈ ਔਰ ਦਰਿਆਵਾਂ ਨਾਲ ਦੋਸਤੀ ਯਾਨੀ ਕਿ ਜਲ ਨਾਲ ਜਾ ਕੇ ਇਸ਼ਨਾਨ ਕਰਦੇ। ਇਸ਼ਨਾਨ ਕਰਕੇ ਫਿਰ ਜਦੋਂ ਇਸ਼ਨਾਨ ਕਰਦੇ ਉਹਨਾਂ ਦੇ ਮਨ ਵਿੱਚ ਵੀ ਵਾਹਿਗੁਰੂ ਮੁਖ ਵਿੱਚ ਵੀ ਵਾਹਿਗੁਰੂ। ਉਹਨਾਂ ਦੇ ਮਨ ਤੇ ਮੁਖ ਦੋਨਾਂ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਹੈ। ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ। ਉੱਥੇ ਅੰਮ੍ਰਿਤ ਵੰਡੀਐ ਅੱਜ ਇੱਥੇ ਆਪ ਜੀ ਬੈਠੇ ਹੋ ਇਹਦੀ ਗੱਲ ਉੱਥੇ ਇਹਨੂੰ ਕਿਹਾ ਸੰਗਤ ਨੂੰ ਗੁਰੂ ਅੰਗਦ ਸਾਹਿਬ ਕਹਿੰਦੇ ਆ ਭਾਈ ਜਿਹੜੀ ਸਾਧ ਸੰਗਤ ਆ ਉੱਥੇ ਅੰਮ੍ਰਿਤ ਹੀ ਵੰਡਿਆ ਜਾਂਦਾ ਹੈ। ਨਾਮ ਅੰਮ੍ਰਿਤ ਦੀ ਗੱਲ ਹੁੰਦੀ ਹੈ। ਨਾਮ ਅੰਮ੍ਰਿਤ ਦਾ ਮੀਂਹ ਵਰਸਦਾ ਇੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ। ਪਰਮੇਸ਼ਰ ਦੀ ਕਿਰਪਾ ਨਾਲ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦੀ ਇਹ ਦਾਤ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ ਜਦੋਂ ਪਰਮੇਸ਼ਰ ਦੀ ਕਰਮ ਬਖਸ਼ਿਸ਼ ਹੋਵੇ। ਕਰਮਾਂ ਨਾਲ ਪ੍ਰਮਾਤਮਾ ਦੀ ਦਇਆ ਨਾਲ ਹੀ ਕਹਿੰਦੇ ਭਾਈ ਇਹ ਪਸਾਓ ਇਹ ਦਾਤ ਪਸਾਰਾ ਪਤਾ ਪ੍ਰਾਪਤ ਹੁੰਦਾ ਹੈ ਕਿਉਂਕਿ ਸਾਧ ਸੰਗਤ ਰੂਪੀ ਜਿਹੜਾ ਸਥਾਨ ਹੈ ਉੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ। ਉੱਥੇ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਨੇ। ਹਾਂਜੀ ਕੰਚਨ ਕਾਇਆ ਕੱਸੀਐ ਵੰਨੀ ਚੜੇ ਚੜਾਓ। ਕਹਿੰਦੇ ਜਿਨ੍ਹਾਂ ਨੇ ਆਪਣੇ ਸਰੀਰ ਤੇ ਆ ਸ਼ੁਭ ਗੁਣਾ ਰੂਪੀ ਸੋਨੇ ਨੂੰ ਕੱਸ ਲਿਆ ਔਰ ਪਰਮੇਸ਼ਰ ਦੀ ਪ੍ਰੇਮ ਦੇ ਰੰਗ ਦੀ ਵੰਨੀ ਆਪਣੇ ਸਰੀਰ ਤੇ ਰੰਗਣ ਚੜਾ ਲਈ ਹੈ। ਜੇ ਹੋਵੇ ਨਦਰ ਸਰਾਪ ਕੀ ਬੋੜ ਨ ਪਾਈ ਤਾਓ। ਕਹਿੰਦੇ ਜਦੋਂ ਇਉਂ ਸਰੀਰ ਤੇ ਸੋਨਾ ਚੜ ਗਿਆ ਸ਼ੁਭ ਗੁਣਾ ਦਾ ਪਰਮੇਸ਼ਰ ਦੇ ਪ੍ਰੇਮ ਦੀ ਰੰਗਣ ਚੜ ਗਈ ਜਦੋਂ ਪਰਮੇਸ਼ਰ ਰੂਪੀ ਸਰਾਫ ਦੀ ਨਿਗਾਹ ਪਵੇਗੀ ਨਾ ਜਦੋਂ ਵੇਖੇਗਾ ਉਹ ਕਹਿੰਦੇ ਫਿਰ ਜਨਮ ਮਰਨ ਦੇ ਤਪਾਨ ਦੀ ਭੱਠੀ ਵਿੱਚ ਉਹ ਨਹੀਂ ਪਾਵੇਗਾ। ਉਹ ਵੇਖ ਲੇਗਾ ਵੀ ਇਹ ਖਰਾ ਹੋ ਗਿਆ ਇਹਨੇ ਪਹਿਲਾਂ ਤਪ ਦੀ ਘਾਲਣਾ ਘਾਲ ਲਈ ਹੈ। ਇਹਨੇ ਅੰਮ੍ਰਿਤ ਵੇਲੇ ਉੱਠ ਕੇ ਇਹ ਤਪ ਦੀ ਸਾਧਨਾ ਕਰ ਲਈ ਹੈ। ਇਹ ਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਇਹ ਸੋਨੇ ਵਾਂਗੂ ਤਪ ਗਿਆ। ਹੁਣ ਇਹ ਉਸ ਤਪੱਸਿਆ ਦੇ ਰੰਗ ਵਿੱਚ ਰੰਗਿਆ ਗਿਆ। ਕਹਿੰਦੇ ਜਦੋਂ ਪਰਮੇਸ਼ਰ ਰੂਪੀ ਜਾਂ ਗੁਰੂ ਰੂਪੀ ਸਰਾਫ ਕਹਿੰਦੇ ਸੁਨਿਆਰੇ ਨੂੰ ਜਦੋਂ ਨਿਗਾਹ ਪੈਂਦੀ ਹੈ ਤੇ ਫਿਰ ਉਹ ਇਹਨੂੰ ਮੁੜ ਕੇ ਤਾਉ 'ਚ ਨਹੀਂ ਪਾਉਂਦਾ ਯਾਨੀ ਕਿ ਮੁੜ ਕੇ ਭੱਠੀ 'ਚ ਨਹੀਂ ਤਾਉਂਦਾ। ਉਹ ਕਹਿੰਦਾ ਹੁਣ ਇਹ ਖਰਾ ਹੈ ਇਸ ਖਰੇ ਨੂੰ ਪਰਖ ਕੇ ਮੈਂ ਆਪਣੇ ਖਜ਼ਾਨੇ 'ਚ ਪਾ ਲਵਾਂ। ਹਾਂਜੀ ਸੱਤੀ ਪੈਰੀ ਸਤ ਭਲਾ ਬਹੀਐ ਪੜਿਆ ਪਾਸ। ਹੁਣ ਖਾਲਸਾ ਜੀ ਇੱਕ ਪੈਰ ਤਾਂ ਬੀਤ ਗਿਆ ਅੰਮ੍ਰਿਤ ਵੇਲੇ ਦਾ ਪਿੱਛੇ ਕਿੰਨੇ ਬਚੇ 8 ਚੋਂ ਇੱਕ ਕੱਢਿਆ ਤਾਂ 7 ਪੈਰ ਬਚੇ। ਇੱਕ ਪੈਰ ਤਾਂ ਕਹਿੰਦੇ ਸੁਬਾਹ ਦੇ ਅੰਮ੍ਰਿਤ ਵੇਲੇ ਪਹਿਲਾ ਪੈਰ ਜਿਹੜਾ ਉਹ ਭਜਨ ਕਰਦੇ ਆ ਬੀਤੀਤ ਕੀਤਾ ਇਸ਼ਨਾਨ ਕੀਤਾ ਬਾਣੀ ਪੜ੍ਹੀ ਸਿਮਰਨ ਕੀਤਾ। ਹੁਣ ਬਾਕੀ ਦੇ ਜਿਹੜੇ 7 ਪੈਰ ਨੇ
ਸੱਤੀ ਪਹਿਰੀ, ਬਾਕੀ ਦੇ ਜਿਹੜੇ 7 ਪਹਿਰ ਨੇ ਉਹਨਾਂ 'ਚ ਹੈ ਭਾਈ 7 ਭਲਾ, 7 ਨੂੰ ਭਲਾ ਕਰਕੇ ਜਾਣਨਾ, ਔਰ ਬਾਕੀ ਦੇ 7 ਪਹਿਰਾਂ ਵਿੱਚ ਚੰਗਿਆਂ ਪੜ੍ਹਿਆਂ ਲਿਖਿਆਂ ਪਾਸ ਬੈਠਣਾ, ਉਹ ਸਮਾਂ ਜਾਈ ਨਹੀਂ ਗਵਾਉਣਾ। ਬਈਆ ਪੜ੍ਹਿਆਂ ਪਾਸ ਦਾ ਇੱਥੇ ਉਹ ਕਿਤਾਬਾਂ ਪੜ੍ਹਨ ਦੀ ਬਾਤ ਵੀ ਹੈ, ਪਰ ਜਿਹੜਾ ਕਿਤਾਬਾਂ ਪੜ੍ਹ ਕੇ ਹੰਕਾਰੀ ਬਣਿਆ ਉਹਦੇ ਕੋਲ ਬੈਠਣ ਦੀ ਨਹੀਂ ਗੱਲ ਹੋ ਰਹੀ। ਜਿਹੜਾ ਅਸਲ ਵਿੱਚ ਪੜ੍ਹਿਆ, ਜਿਹਨੇ ਪੜ੍ਹ ਕੇ ਆਪਣੇ ਹਿਰਦੇ ਵਿੱਚ ਆਪਣੇ ਨਿਜ ਸਰੂਪ ਨੂੰ ਜਾਣਿਆ, ਉਹਨਾਂ ਪੜ੍ਹਿਆਂ ਪਾਸ ਬੈਠਣਾ ਕਰੀਏ। ਉਥੇ ਪਾਪ ਪੁੰਨ ਵਿਚਾਰੀਐ, ਉਥੇ ਉਹਨਾਂ ਦੇ ਪਾਸ ਉਥੇ ਪਾਪ ਪੁੰਨ ਵਿਚਾਰੀਐ, ਉਹਨਾਂ ਦੇ ਪਾਸ ਬਹਿ ਕੇ ਵਿਚਾਰ ਕਰੋ ਪੜ੍ਹਿਆਂ ਪਾਸ ਵੀ ਪਾਪ ਕੀ ਹੈ ਤੇ ਪੁੰਨ ਕੀ ਹੈ। ਵਿਦਵਾਨਾਂ ਦੇ ਪਾਸ, ਗਿਆਨਵਾਨਾਂ ਦੀ ਸੰਗਤ ਵਿੱਚ ਬੈਠਣਾ ਚਾਹੀਏ। ਗਿਆਨਵਾਨਾਂ ਦੀ ਸੰਗਤ ਵਿੱਚ ਬੈਠਾਂਗੇ ਤਾਂ ਕੁਝ ਨਾ ਕੁਝ ਹਾਸਲ ਹੋਵੇਗਾ। ਕਹਿੰਦੇ ਜੇ ਗਿਆਨੀ ਝਗੜਾ ਵੀ ਕਰੇ ਤੇ ਗਿਆਨੀਆਂ ਦੇ ਝਗੜੇ ਵਿੱਚੋਂ ਵੀ ਗਿਆਨ ਪ੍ਰਾਪਤ ਹੁੰਦਾ, ਉਹਦੇ ਝਗੜੇ ਵਿੱਚੋਂ ਵੀ ਕੁਝ ਨਾ ਕੁਝ ਹਾਸਲ ਹੁੰਦਾ। ਤੋ ਇਸ ਕਰਕੇ ਭਾਈ ਉਹਨਾਂ ਦੀ ਸੰਗਤ ਵਿੱਚ ਬੈਠੀਏ, ਜਿਹੜੇ ਤਤਵ ਗਿਆਨੀ ਨੇ ਉਹਨਾਂ ਦੇ ਪਾਸ ਬੈਠ ਕੇ ਫਿਰ ਪਾਪ ਤੇ ਪੁੰਨ ਦੀ ਵਿਚਾਰ ਕਰਨੀ ਹੈ। ਪਾਪ ਕੀ ਹੈ ਤੇ ਪੁੰਨ ਕੀ ਹੈ। ਕੂੜੈ ਘੱਟੇ ਰਾਸ, ਜਦੋਂ ਪਾਪ ਪੁੰਨ ਦੀ ਵਿਚਾਰ ਕਰੋਗੇ ਤੇ ਜਿਹੜੀ ਝੂਠੀ ਰਾਸ ਹੈ ਨਾ ਉਹ ਘਟੇਗੀ। ਵਿਕਾਰਾਂ ਦੀ ਝੂਠੀ ਰਾਸ, ਵਿਕਾਰਾਂ ਦੇ ਪਾਪ ਕਰਮਾਂ ਦੀ ਝੂਠੀ ਪੂੰਜੀ, ਉਹ ਫਿਰ ਘਟਦੀ ਚਲੀ ਜਾਏਗੀ। ਉਥੇ ਖੋਟੇ ਸੱਟੀਐ, ਖਰੇ ਕੀਚੇ ਸਾਬਾਸ। ਜਦੋਂ ਉਸ ਨਿਰੰਕਾਰ ਦੀ ਨਿਗਾਹ ਪੈਂਦੀ ਆ ਨਾ, ਉੱਥੇ ਖੋਟਿਆਂ ਨੂੰ ਕੱਢ ਕੇ ਬਾਹਰ ਸੁੱਟ ਦਿੱਤਾ ਜਾਂਦਾ, ਔਰ ਜਿਹੜੇ ਖਰੇ ਹੁੰਦੇ ਆ, ਖਰੇ ਉਹਨਾਂ ਨੂੰ ਸ਼ਾਬਾਸ਼ ਮਿਲਦੀ ਆ। ਆਓ ਜੀ, ਜੀ ਆਇਆਂ ਨੂੰ ਸ਼ਾਬਾਸ਼, ਧੰਨ ਧੰਨ ਹੋ, ਧੰਨ ਹੋ, ਕਹਿੰਦੇ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ। ਔਰ ਜਿਹੜੇ ਖੋਟੇ ਨੇ ਉਹ ਨਿਰੰਕਾਰ ਦੀ ਦਰਗਾਹ ਵਿੱਚੋਂ ਸੁੱਟ ਦਿੱਤੇ ਜਾਂਦੇ ਨੇ, ਜਨਮ ਮਰਨ ਦੇ ਚੱਕਰਾਂ 'ਚ ਭਟਕਾਏ ਜਾਂਦੇ ਨੇ। ਬੋਲਣ ਫਾਦਲ ਨਾਨਕਾ, ਦੁੱਖ ਸੁਖ ਖਸਮੇ ਪਾਸ। ਬੋਲਣ ਫਾਦਲ ਨਾਨਕਾ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਬੋਲਣਾ ਵਿਅਰਥ ਹੈ। ਦੁੱਖ ਤੇ ਸੁੱਖ ਤਾਂ ਉਸ ਖਸਮ ਦੇ ਪਾਸ ਹੀ ਬੋਲੋ ਜਿਹਦੇ ਪਾਸ ਕੀਤਾ ਹੋਇਆ ਦੁੱਖ ਸੁੱਖ ਉਹ ਕੰਨ ਦੇ ਕੇ ਸੁਣਦਾ ਹੈ। ਬਾਕੀਆਂ ਕੋਲ ਬੋਲਣਾ ਤਾਂ ਫਾਦਲ ਵਿਅਰਥ ਹੀ ਹੈ। ਜਿਹਦੇ ਕੋਲ ਬੋਲੋਗੇ ਉਹਨੇ ਅੱਗੋਂ ਆਪਣਾ ਦੁੱਖ ਸੁਣਾਉਣਾ। ਇਸ ਕਰਕੇ ਭਾਈ ਉਸ ਖਸਮ ਦੇ ਪਾਸ, ਉਸ ਨਿਰੰਕਾਰ ਦੇ ਪਾਸ ਆਪਣਾ ਦੁੱਖ ਸੁੱਖ ਕਹਿਣਾ ਕਰੋ। ਇਹ ਗੁਰੂ ਅੰਗਦ ਦੇਵ ਸਾਹਿਬ ਦੇ ਬਚਨ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। ਚੌਪਈ ਸੁਨ ਬਾਣੀ ਕੋ ਸ਼ਰਦਾ ਹੋਈ। ਗੁਰੂ ਅੰਗਦ ਸਾਹਿਬ ਨੇ ਸ਼ਬਦ ਉਚਾਰਿਆ, ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਵਿੱਚ ਜਿਹੜੇ ਭਾਵ ਸਨ ਉਹ ਬਚਨ ਭਾਈ ਸਹਿਦੇ ਘੀਓ ਨੂੰ ਉਸ ਵੇਲੇ ਸੁਣਾਏ ਸੀ। ਗੁਰੂ ਨਾਨਕ ਸਾਹਿਬ ਦੇ ਉਸ ਭਾਵਾਂ ਨੂੰ ਗੁਰੂ ਅੰਗਦ ਸਾਹਿਬ ਨੇ ਸ਼ਬਦ ਦਾ ਰੂਪ ਦਿੱਤਾ ਹੈ। ਤੋ ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਪਹਿਲੇ ਪੈਰ ਉੱਠ ਕੇ ਸੁਰਤਿਆਂ ਨੂੰ ਚਾਹ ਉਪਜਦਾ ਹੈ, ਭਾਈ ਸਹਿਦੇ ਘਿਓ ਅੰਮ੍ਰਿਤ ਵੇਲੇ ਭਜਨ ਕਰੀਦਾ ਹੈ ਇਸ਼ਨਾਨ ਪਾਨ ਕਰਕੇ। ਤੋ ਜਦੋਂ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਭਾਈ ਸਹਿਦੇ ਘਿਓ ਨੇ ਸੁਣੇ, ਸੁਣ ਕੇ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਜਾਗੀ। ਗੁਰ ਕੇ ਸ਼ਬਦ ਲਿਖੇ ਵਿਚਾਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਨੂੰ ਭਾਈ ਸਹਿਦੇ ਘਿਓ ਜੀ ਲਿਖਦੇ ਨੇ ਔਰ ਲਿਖ ਕੇ ਉਹਨਾਂ ਦੀ ਵਿਚਾਰ ਕਰਦੇ ਹਨ। ਸੁਨੇ ਪ੍ਰੇਮ ਸੋ ਬਹੁਰੇ ਉਚਾਰੇ। ਔਰ ਬੜੇ ਪ੍ਰੇਮ ਨਾਲ ਮਹਾਰਾਜ ਜੀ ਦੇ ਬਚਨਾਂ ਨੂੰ ਸੁਣਦੇ ਹਨ ਔਰ ਉਹਨਾਂ ਬਚਨਾਂ ਨੂੰ ਉਚਾਰਦੇ ਹਨ। ਬੈਠੇ ਨਿਤ ਸ਼੍ਰੀ ਗੁਰ ਧਰਮਸ਼ਾਲਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਤਾ ਪ੍ਰਤੀ ਧਰਮਸ਼ਾਲਾ ਵਿੱਚ ਆ ਕੇ ਅੰਮ੍ਰਿਤ ਵੇਲੇ ਬੈਠਦੇ ਨੇ, ਦਰਬਾਰ ਵਿੱਚ ਸਜਦੇ ਨੇ, ਸੰਗਤਾਂ ਨੂੰ ਗੁਰਸਿੱਖਾਂ ਨੂੰ ਆਪਣੇ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰਦੇ ਹਨ। ਹੋਤ ਕੀਰਤਨ ਪ੍ਰੇਮ ਵਿਸਾਲਾ। ਜਿੱਥੇ ਅੱਠੇ ਪੈਰ ਨਿਰੰਤਰ ਰੱਬੀ ਬਾਣੀ ਦਾ ਕੀਰਤਨ ਹੁੰਦਾ ਸਤਿਗੁਰਾਂ ਦੇ ਦਰਬਾਰ ਵਿੱਚ, ਗੁਰੂ ਕੇ ਸਿੱਖ ਪ੍ਰੇਮ ਸਹਿਤ ਕੀਰਤਨ ਸੁਣਦੇ ਹਨ। ਦੇਸ਼ ਦੇਸ਼ ਤੇ ਸੁਨ ਜਸ ਗੁਰ ਕੋ। ਦੇਸ਼ਾਂ ਵਿਦੇਸ਼ਾਂ ਤੋਂ ਸਤਿਗੁਰਾਂ ਦਾ ਜਸ ਸੁਣ ਕੇ ਮਾਨਵ ਆਏ ਪ੍ਰੇਮ ਕਰ ਉਰ ਕੋ। ਹਿਰਦੇ ਦਾ ਪ੍ਰੇਮ ਧਾਰਨ ਕਰਕੇ ਬਹੁਤ ਸਾਰੇ ਮਾਨਵ
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਕਰਤਾਰਪੁਰ ਸਾਹਿਬ ਚੱਲ ਕੇ ਆਉਂਦੇ ਹਨ। ਆਏ ਸਕਾਮ ਸੁਪੂਰਨ ਹੋਵੇ। ਜਿਹੜਾ ਕੋਈ ਕਾਮਨਾ ਸਹਿਤ ਹੋ ਕੇ ਆਉਂਦਾ ਹੈ, ਉਹਦੀ ਕਾਮਨਾ ਸਤਿਗੁਰਾਂ ਦੇ ਚਰਨਾਂ ਚੋਂ ਪੂਰੀ ਹੁੰਦੀ ਹੈ। ਜੇ ਨਿਸ਼ਕਾਮ ਗਿਆਨ ਸੁਖ ਜੀਵੇਂ। ਔਰ ਜਿਹੜੇ ਨਿਸ਼ਕਾਮ ਆਉਂਦੇ ਨੇ ਉਹਨਾਂ ਨੂੰ ਗਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਪੀਰ ਪੂਰ ਨਿਤਪੁਰ ਕਰਤਾਰਾ। ਸ੍ਰੀ ਕਰਤਾਰਪੁਰ ਸਾਹਿਬ ਸੰਗਤ ਦਾ ਭਾਰੀ ਇਕੱਠ ਹੁੰਦਾ ਨਿਤਾ ਪ੍ਰਤੀ। ਹੋਵੇਂ ਦੇਗ ਵਿਸ਼ਾਲ ਆਹਾਰਾ। ਗੁਰੂ ਸਾਹਿਬ ਜੀ ਦੇ ਲੰਗਰ ਵਿਸ਼ਾਲ ਵਰਤਦੇ ਹਨ। ਦੇਗ ਚਲਦੀ ਹੈ ਗੁਰੂ ਕੀ ਅਟੁੱਟ। ਇਤਨੇ ਨੂੰ ਇੱਕ ਗੁਰੂ ਕਾ ਸਿੱਖ ਗੁਰੂ ਚਰਨਾਂ ਵਿੱਚ ਆ ਕੇ ਬੇਨਤੀ ਕਰ ਰਿਹਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਅੱਠੀ ਪਹਿਰੀ ਅੱਠ ਖੰਡ, ਅੱਠੀ ਪਹਿਰੀ ਅੱਠ ਖੰਡ। ਅੱਠੀ ਪੈਰੀ ਅੱਠ ਖੰਡ। ਅੱਠੀ ਪੈਰੀ ਅੱਠ ਖੰਡ। ਅੱਠੀ ਪਹਿਰੀ ਅੱਠ ਖੰਡ, ਅੱਠੀ ਪਹਿਰੀ ਅੱਠ ਖੰਡ। ਅੱਠੀ ਪੈਰੀ ਅੱਠ ਖੰਡ। ਅੱਠੀ ਪੈਰੀ ਅੱਠ ਖੰਡ। ਨਾਵਾ ਖੰਡ ਸਰੀਰ, ਨਾਵਾ ਖੰਡ ਸਰੀਰ। ਨਾਵਾ ਖੰਡ ਸਰੀਰ। ਨਾਵਾ ਖੰਡ ਸਰੀਰ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਬੇਕ। ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ। ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋਈ ਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤੇ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇ ਬੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇ ਬੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼੍ਰੀ ਵਾਹਿਗੁਰੂ। मैं ताण दी बाण तू है मेरे स्वामी, मैं तुद आगे अरदास। मैं होर थां नहीं, जिस पे करूं बिनती